ਰਵਿੰਦਰ ਸਿੰਘ ਬਾਠ ਜੀ ਦੁਆਰਾ ਅਨੁਵਾਦ ਕੀਤਾ ਹੋਇਆ ਤਹਿਮੀਨਾ ਦੁਰਾਨੀ ਦਾ ਨਾਵਲ ਕੁਫਰ ਭਾਗ 6ਵਾਂ। ਘੁੰਮਣ ਘੇਰੀ। ਸਭ ਜਾ ਚੁੱਕੇ ਸਨ। ਜਸ਼ਨ ਅਤੇ ਅੰਦਰਲੀਆਂ ਵਿਰੋਧਤਾਈਆਂ ਨਾਲ ਮੈਂ ਨਿਡਾਲ ਹੋ ਗਈ ਸੀ। ਮੈਂ ਬੱਚਿਆਂ ਦੇ ਕਮਰੇ ਵਿੱਚ ਆਪਣੇ ਬੇਟੇ ਦੀ ਬਗਲ ਵਿੱਚ ਲੇਟ ਗਈ। ਗੁੱਪੀ ਮੇਰੇ ਪੈਰਾਂ ਦੇ ਕੋਲ ਰਬੜ ਦੀ ਗੁੱਡੀ ਨਾਲ ਖੇਡ ਰਹੀ ਸੀ, ਜੋ ਠੀਕ ਉਸਦੀ, ਮੇਰੀ ਅਤੇ ਹਵੇਲੀ ਦੀਆਂ ਸਾਰੀਆਂ ਦੂਜੀਆਂ ਔਰਤਾਂ ਵਾਂਗ ਲੱਗਦੀ। ਮੈਂ ਸੋਚ ਕੇ ਹੈਰਾਨ ਸੀ ਕਿ ਕੀ ਉਹ ਆਪਣੇ ਭਰਾ ਅਤੇ ਆਪਣੇ ਵਿਚਲੇ ਫਰਕ ਨੂੰ ਜਾਣ ਸਕਦੀ ਹੈ। ਤੋਤੀ ਸਿੱਧੇ ਕਮਰੇ ਵਿੱਚ ਆਈ। ਮੈਂ ਘਬਰਾ ਗਈ। ਉਸਨੂੰ ਪੁੱਛਿਆ, ਤੂੰ ਅੰਦਰ ਕਿਵੇਂ ਆਈ? ਉਸਨੇ ਸਹੁੰ ਖਾਧੀ ਕਿ ਉਸ ਨੂੰ ਕਿਸੇ ਨੇ ਨਹੀਂ ਵੇਖਿਆ ਅਤੇ ਮੈਨੂੰ ਫਟਕਾਰਿਆ ਕਿ ਮੈਂ ਆਪਣੇ ਪਰਛਾਵੇਂ ਤੋਂ ਵੀ ਕਿਉਂ ਡਰਦੀ ਰਹਿੰਦੀ ਹਾਂ। ਮੈਂ ਉਸਨੂੰ ਖਤਰੇ ਦੇ ਬਾਰੇ ਅਗਾਹ ਕਰਨਾ ਚਾਹੁੰਦੀ ਸਾਂ, ਕਾਲੀ ਦੇ ਹਸ਼ਰ ਬਾਰੇ ਦੱਸਣਾ ਚਾਹੁੰਦੀ ਸਾਂ, ਪਰ ਮੈਂ ਗੁੱਸੇ ਦਾ ਵਿਖਾਵਾ ਕਰਦੇ ਹੋਏ ਬੋਲੀ, ਤੂੰ ਕਿੱਥੇ ਸੀ ਬੁੱਢੀਏ ਕਾਵੀਂ? ਮੇਰੇ ਬੇਟੇ ਦੇ ਜਸ਼ਨ ਤੇ ਤੂੰ ਕਿਧਰੇ ਦਿਸੀ ਨਹੀਂ। ਕੀ ਤੂੰ ਸਿਰਫ ਆਪਣੀ ਸ਼ਾਦੀ ਦੀ ਵਰ੍ਹੇਗੰਢ ਹੀ ਮਨਾਉਂਦੀ ਏ, ਬਾਕੀ ਕੁਝ ਨਹੀਂ? ਉਸਨੇ ਲੱਖਾਂ ਬਹਾਨੇ ਬਣਾਏ ਜਿਸ ਨਾਲ ਉਸਦਾ ਝੂਠ ਖੁੱਲਦਾ ਗਿਆ। ਛੋਟੇ ਮਾਲਕ ਦੇ ਚਾਰੇ ਪਾਸੇ ਨੱਚਦੀ ਹੋਈ ਤੋਤੀ ਨੇ ਉਸਨੂੰ ਛੋਟਾ ਸਾਈਂ ਕਿਹਾ, ਉਸ ਲਈ ਗਾਣਾ ਗਾਇਆ ਅਤੇ ਗੁੱਪੀ ਨੂੰ ਹਰ ਕਿਸੇ ਦਾ ਗਾਣਾ ਚੰਗਾ ਲੱਗਦਾ ਸੀ। ਇਹਨਾਂ ਸਾਰੀਆਂ ਹਰਕਤਾਂ ਵਿੱਚ ਉਸਨੇ ਕੋਈ ਦਿਲਚਸਪੀ ਨਹੀਂ ਵਿਖਾਈ। ਤੋਤੀ ਅਲਵਿਦਾ ਕਹਿਣ ਆਈ ਸੀ। ਉਹ ਦੁਬਾਰਾ ਪਿੰਡ ਛੱਡ ਕੇ ਜਾ ਰਹੀ ਸੀ। ਉਸ ਦੀ ਗੈਰ ਹਾਜ਼ਰੀ ਤੋਂ ਮੈਨੂੰ ਡਰ ਲੱਗ ਰਿਹਾ ਸੀ। ਮੈਂ ਕਿਹਾ, ਇਕੱਲੀ ਔਰਤ ਹੈ ਜਿਸ ਨਾਲ ਮੇਰੀ ਗੱਲ ਕਰਨ ਤੇ ਇੱਥੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਜੇ ਤੂੰ ਚਲੇ ਗਈ ਤਾਂ ਮੈਂ ਕਿਸੇ ਨਾਲ ਗੱਲ ਨਹੀਂ ਕਰ ਸਕਾਂਗੀ। ਕੋਈ ਨਹੀਂ ਰਹਿ ਜਾਵੇਗਾ ਮੇਰੇ ਨਾਲ ਗੱਲ ਕਰਨ ਲਈ। ਮੇਰੇ ਹੱਥ ਨੂੰ 100 ਵਾਰ ਚੁੰਮਦੇ ਹੋਏ ਤੋਤੀ ਨੇ ਵਾਅਦਾ ਕੀਤਾ, ਮੈਂ ਛੇਤੀ ਹੀ ਪਰਤਾਂਗੀ ਅਤੇ ਕਾਲੀ ਦੀ ਕਹਾਣੀ ਸੁਣਾਵਾਂਗੀ। ਉਸਨੇ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਉਹ ਕਾਲੀ ਦੇ ਬਾਰੇ ਜਾਣਦੀ ਸੀ। ਹੁਣ ਉਹ ਬਹੁਤ ਜਲਦੀ ਵਿੱਚ ਸੀ। ਮੈਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਾਣ ਤੋਂ ਪਹਿਲਾਂ ਮੈਨੂੰ ਜਲਦੀ ਸੁਣਾ ਦੇ, ਨਹੀਂ ਤਾਂ ਮੈਨੂੰ ਉਡੀਕ ਕਰਨੀ ਪਵੇਗੀ ਅਤੇ ਮੇਰੇ ਵਿੱਚ ਸਬਰ ਨਹੀਂ ਹੈ। ਇਸ ਨੂੰ ਅਗਲੀ ਵਾਰ ਲਈ ਛੱਡਦੇ ਹੋਏ ਤੋਤੀ ਨੇ ਕਹਾਣੀ ਨੂੰ ਆਉਣ ਵਾਲੇ ਕਿਸੇ ਵਕਤ ਤੇ ਟਾਲਣ ਦੀ ਕੋਸ਼ਿਸ਼ ਕੀਤੀ ਅਤੇ ਦਰਵਾਜ਼ੇ ਵੱਲ ਵਧਣ ਲੱਗੀ। ਮੈਨੂੰ ਕੁਝ ਤਾਂ ਦੱਸ ਦੇ, ਕੋਈ ਇੱਕ ਗੱਲ ਤਾਂ ਦੱਸ ਦੇ। ਮੈਂ ਉਸਦੇ ਤਦ ਤੱਕ ਤਰਲੇ ਮਿੰਨਤਾਂ ਕਰਦੀ ਰਹੀ ਜਦ ਤੱਕ ਉਸਨੇ ਇਹ ਨਹੀਂ ਦੱਸਿਆ, ਤੇਰੇ ਸ਼ੌਹਰ ਦੇ ਘੋੜੇ ਨੂੰ ਮਰਦਾਨਗੀ ਦੇ ਜੋ ਟੀਕੇ ਲਾਏ ਜਾਂਦੇ ਸਨ, ਉਸ ਦਾ ਇੱਕ ਹਿੱਸਾ ਕੁਝ ਮੁੰਡਿਆਂ ਨੂੰ ਟੀਕੇ ਨਾਲ ਦੇ ਦਿੱਤਾ ਗਿਆ। ਉਹਨਾਂ ਨੂੰ ਕਾਲੀ ਤੇ ਛੱਡ ਦਿੱਤਾ ਗਿਆ। ਵੈਸ਼ੀਆਂ ਨੇ ਕਾਲੀ ਦੇ ਹਾਮਲਾ ਜਿਸਮ ਨੂੰ ਨੋਚ-ਨੋਚ ਕੇ ਖਾ ਲਿਆ। ਫਿਰ ਉਹ ਮੰਜੇ ਤੋਂ ਨਹੀਂ ਉੱਠ ਸਕੀ। ਆਖਰੀ ਵਾਰ ਉਹ ਤਦ ਉੱਠੀ ਜਦ ਉਸਨੇ ਫਾਹਾ ਲਿਆ। ਮੈਂ ਬੇਹੱਦ ਡਰ ਗਈ। ਅੱਜ ਲਈ ਇੰਨਾ ਹੀ ਕਾਫੀ ਹੈ। ਲੇਕਿਨ ਸਭ ਕੁਝ ਇੰਨਾ ਹੀ ਨਹੀਂ। ਦਰਵਾਜ਼ਾ ਖੋਲ੍ਹਦੇ ਹੋਏ ਤੇ ਉਸ ਵਿੱਚੋਂ ਨਿਕਲਦੇ ਹੋਏ ਉਸਨੇ ਕਿਹਾ। ਦਰਵਾਜ਼ੇ ਦੇ ਦੂਸਰੇ ਪਾਸਿਓਂ ਉਸ ਦਾ ਸਿਰ ਦੁਬਾਰਾ ਬਾਹਰ ਆਇਆ। ਇਸ ਕਹਾਣੀ ਦਾ ਕਰਤਾ ਧਰਤਾ ਤੇਰਾ ਸ਼ੌਹਰ ਸੀ, ਉਸਨੇ ਕਿਹਾ ਅਤੇ ਦਰਵਾਜ਼ੇ ਤੋਂ ਬਾਹਰ ਹੋ ਗਈ। ਜਿਵੇਂ ਮੈਂ ਪਹਿਲਾਂ ਤੋਂ ਜਾਣਦੀ ਸੀ, ਮੈਂ ਇੰਨੀ ਪਰੇਸ਼ਾਨ ਹੋ ਗਈ ਕਿ ਜ਼ੋਰ-ਜ਼ੋਰ ਦੀ ਰੋਣ ਲੱਗੀ। ਗੁੱਪੀ ਆ ਕੇ ਮੇਰੇ ਨਾਲ ਚੰਬੜ ਗਈ ਅਤੇ ਮੈਨੂੰ ਮੇਰੀ ਉਦਾਸੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੀ। ਉਹ ਮੈਨੂੰ ਚੁੱਪ ਕਰਵਾਉਣਾ ਅਤੇ ਇੱਕ ਨਵੀਂ ਲੋਰੀ ਸੁਣਾਉਣਾ ਚਾਹੁੰਦੀ ਸੀ। ਸੁਬਕੀਆਂ ਲੈਂਦੇ ਹੋਏ ਮੈਂ ਉਸਨੂੰ ਪੁੱਛਿਆ, ਤੂੰ ਸੁਣਿਆ ਸੀ ਕਿ ਤੋਤੀ ਕੀ ਗਾ ਰਹੀ ਸੀ? ਕੀ ਤੈਨੂੰ ਇਹ ਚੰਗਾ ਲੱਗਾ? ਮੈਂ ਕੁਝ ਸੁਣਿਆ ਹੀ ਨਹੀਂ, ਉਸਨੇ ਜਵਾਬ ਦਿੱਤਾ। ਮੈਂ ਉਸਨੂੰ ਯਾਦ ਦਿਵਾਇਆ, ਉਹ ਬੁੱਢੀ ਔਰਤ ਜੋ ਹੁਣੇ-ਹੁਣੇ ਗਾ ਰਹੀ ਸੀ। ਗੁੱਪੀ ਉਸਨੂੰ ਯਾਦ ਨਹੀਂ ਸੀ। ਹੈਰਾਨੀ ਨਾਲ ਮੈਂ ਉੱਠ ਕੇ ਬੈਠ ਗਈ। ਗੁੱਪੀ, ਤੈਨੂੰ ਬਾਹਰ ਵਾਲੀ ਔਰਤ ਯਾਦ ਹੈ ਜੋ ਤੇਰੇ ਭਰਾ ਦੇ ਪੈਦਾ ਹੋਣ ਤੋਂ ਪਹਿਲਾਂ ਮੇਰੀ ਬਗਲ ਵਿੱਚ ਬੈਠਿਆ ਕਰਦੀ ਸੀ? ਯਾਦ ਹੈ ਨਾ? ਉਸਨੇ ਕਿਹਾ, ਨਹੀਂ। ਸ਼ਾਇਦ ਇੰਨੀ ਪੁਰਾਣੀ ਗੱਲ ਨੂੰ ਉਹ ਯਾਦ ਨਾ ਕਰ ਸਕੇ। ਮੈਂ ਫਿਰ ਕੋਸ਼ਿਸ਼ ਕੀਤੀ, ਹੁਣ ਕੁਝ ਦੇਰ ਪਹਿਲਾਂ ਤੂੰ ਉਸਨੂੰ ਇੱਥੇ ਵੇਖਿਆ ਸੀ? ਆਪਣਾ ਸਿਰ ਮਾਰਦੇ ਹੋਏ ਉਸਨੇ ਕਿਹਾ, ਮੈਂ ਕਿਸੇ ਨੂੰ ਨਹੀਂ ਵੇਖਿਆ, ਨਾ ਇੱਥੇ ਨਾ ਉੱਥੇ। ਕੀ ਉਹ ਬੋਲੀ ਹੁੰਦੀ ਜਾ ਰਹੀ ਹੈ? ਕਿ ਉਸ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਰਹੀ ਹੈ? ਤੋਤੀ ਵੱਲ ਉਸਦਾ ਧਿਆਨ ਖਿੱਚਣ ਵਿੱਚ ਨਾਕਾਮਯਾਬ ਹੋਣ ਤੇ ਮੇਰੇ ਹੱਥ ਪੈਰ ਫੁੱਲ ਗਏ ਅਤੇ ਮੈਂ ਦਾਈ ਨੂੰ ਆਵਾਜ਼ ਮਾਰੀ, ਗੁੱਪੀ, ਕੀ ਤੂੰ ਅਮੀਰਾ ਦਾਈ ਨੂੰ ਵੇਖ ਸਕਦੀ ਹੈ? ਇੱਕ ਦੇ ਬਾਅਦ ਇੱਕ ਮੈਂ ਕਈ ਔਰਤਾਂ ਨੂੰ ਬੁਲਾਇਆ। ਉਹ ਸਭ ਨੂੰ ਵੇਖ ਸਕਦੀ ਸੀ। ਉਹ ਤੋਤੀ ਨੂੰ ਕਿਉਂ ਨਹੀਂ ਵੇਖ ਸਕੀ? ਮੈਂ ਉਸਦੇ ਅਜੀਬੋ-ਗਰੀਬ ਬਿਮਾਰੀ ਦੀ ਜਾਂਚ ਕਰਦੀ ਰਹੀ। ਇੱਕ ਹਫ਼ਤੇ ਤੱਕ ਪਰੇਸ਼ਾਨ ਹੋਣ ਤੋਂ ਬਾਅਦ ਮੈਨੂੰ ਖਤਰਾ ਮੁੱਲ ਲੈਣ ਦਾ ਫੈਸਲਾ ਕੀਤਾ। ਅੰਮਾ ਸਾਈ ਨੂੰ ਘਰ ਡਾਕਟਰ ਮੰਗਵਾਉਣ ਲਈ ਕਿਹਾ। ਉਹ ਕਿਸ ਪੁਰਾਣੀ ਨੌਕਰਾਣੀ ਨੂੰ ਵੇਖ ਨਹੀਂ ਸਕਦੀ? ਅੰਮਾ ਸਾਈ ਨੇ ਹੱਸਦੇ ਹੋਏ ਕਿਹਾ, ਉਹ
ਜੋ ਬੱਚਾ ਹੋਣ ਤੋਂ ਪਹਿਲਾਂ ਮੇਰੇ ਨਾਲ ਬੈਠਿਆ ਕਰਦੀ ਸੀ। ਮੈਂ ਧਿਆਨ ਨਾਲ ਜਵਾਬ ਦਿੱਤਾ, ਕਿਹੜੀ ਸੀ ਉਹ? ਉਹਨਾਂ ਨੇ ਕਿਹਾ, ਮੇਰੇ ਰੱਬਾ, ਮੈਂ ਕੀ ਕਰਾਂ, ਇਹਨਾਂ ਦਾ ਧਿਆਨ ਤੋਤੀ ਵੱਲ ਨਾ ਜਾਵੇ। ਜ਼ਿਆਦਾ ਦੱਸਦੀ ਹਾਂ ਤਾਂ ਸਾਰਾ ਮਾਮਲਾ ਵਿਗੜ ਜਾਵੇਗਾ, ਮੁੜ ਘੁੜ ਕੇ ਮੇਰੇ ਤੇ ਆਵੇਗਾ। ਇੱਕ ਸੁੱਤਾ ਨਾਗ ਆਪਣਾ ਸਿਰ ਉਛਕਦਾ ਸੀ ਅਤੇ ਡੰਗ ਮਾਰ ਸਕਦਾ ਸੀ, ਲੇਕਿਨ ਮੈਂ ਇਹ ਤਾਂ ਪਤਾ ਲਾਉਣਾ ਸੀ ਕਿ ਗੁੱਪੀ ਨੂੰ ਕੀ ਹੋਇਆ ਹੈ। ਤੇ ਮੈਂ ਉਗਲ ਪਈ। ਉਹ ਜਵਾਨ ਸੀ, ਨਹੀਂ ਉਹ ਬੁੱਢੀ ਸੀ, ਨਹੀਂ ਉਹ ਚਾਤਰ ਸੀ। ਅੰਮਾ ਸਾਈ ਨੇ ਮੈਨੂੰ ਸਖਤੀ ਨਾਲ ਪੁੱਛਿਆ, ਉਸ ਨੂੰ ਹੋਰ ਕਿਸ ਨੇ ਵੇਖਿਆ? ਮੇਰਾ ਖਿਆਲ ਸੀ ਹਰ ਕਿਸੇ ਨੇ, ਮੈਂ ਜਵਾਬ ਦਿੱਤਾ। ਉਸ ਨੂੰ ਕੁਝ ਪਤਾ ਨਹੀਂ ਸੀ। ਫਿਰ ਤੋਤੀ ਅੰਦਰ ਕਿਵੇਂ ਆ ਗਈ? ਕੀ ਮੈਂ ਪਾਗਲ ਹੋ ਗਈ ਹਾਂ? ਕੀ ਨੌਕਰਾਣੀਆਂ ਮੈਨੂੰ ਪੀਰ ਸਾਈ ਤੋਂ ਬਚਾ ਰਹੀਆਂ ਸਨ? ਕੀ ਚੀਲ ਵੀ ਮੈਨੂੰ ਬਚਾ ਰਹੀ ਸੀ? ਇਹ ਨਾਮੁਮਕਿਨ ਸੀ। ਗੁੱਪੀ ਉਹਦੇ ਰਾਹ ਤੇ ਕਿਵੇਂ ਚੱਲ ਸਕਦੀ ਸੀ? ਛੋਟੀ ਗੁੱਪੀ ਹੋਰ ਸਾਰਿਆਂ ਦਾ ਵਾਂਗ ਸੀ, ਮੈਂ ਬਖਸ਼ਾਂ। ਜਦ ਮੈਂ ਕਿਹਾ ਉਸ ਦਾ ਮੰਗੇਤਰ ਬਹੁਤ ਪਹਿਲਾਂ ਮਰ ਗਿਆ ਸੀ ਤੇ ਆਪਣੀ ਸ਼ਾਦੀ ਦੀ ਵਰ੍ਹੇਗੰਢ ਤੇ ਉਹ ਸਾਲ ਭਰ ਉਸ ਦੇ ਭੂਤ ਨੂੰ ਵੇਖਣ ਦੀ ਉਡੀਕ ਕਰਦੀ ਰਹੀ, ਤਾਂ ਕਮਰੇ ਵਿੱਚ ਖਲਬਲੀ ਮਚ ਗਈ। ਅੰਮਾ ਸਾਈ ਨੇ ਤਾੜੀ ਮਾਰ ਕੇ ਸਭ ਨੂੰ ਚੁੱਪ ਰਹਿਣ ਲਈ ਕਿਹਾ ਅਤੇ ਐਲਾਨ ਕੀਤਾ, ਉਹ 50 ਸਾਲ ਪਹਿਲਾਂ ਮਰ ਗਈ ਸੀ। ਮੈਂ ਇਤਰਾਜ਼ ਕੀਤਾ, ਉਹ ਜਿਉਂਦੀ ਸੀ, ਮੈਨੂੰ ਪੱਕਾ ਯਕੀਨ ਹੈ। ਲੇਕਿਨ ਨੌਕਰਾਣੀਆਂ ਨੂੰ ਅੰਮਾ ਸਾਈ ਲੱਖਾਂ ਹਦਾਇਤਾਂ ਦੇ ਰਹੀ ਸੀ, ਦਮ ਲਈ ਪਾਣੀ ਲਿਆਓ, ਜਲਦੀ ਕਰੋ, ਉਹ ਗਧੀਓ, ਦੌੜ ਕੇ ਜਾਵੋ। ਅਤੇ ਜੰਮੀ ਹੋਈ ਮੱਖੀ ਨੂੰ ਯਾਦ ਕਰਕੇ ਮੈਂ ਕੰਬ ਰਹੀ ਸੀ। ਜਦ ਦਾਈ ਮੇਰੇ ਕੰਨ ਵਿੱਚ ਫੁਸਫੁਸਾਈ, ਉਹ ਬਦਸੂਰਤ ਸੀ, ਇਸ ਲਈ ਉਸ ਨੂੰ ਬਦਰੰਗ ਕਿਹਾ ਜਾਂਦਾ ਸੀ। ਮੈਂ ਡਰ ਦੇ ਮਾਰੇ ਬੇਹੋਸ਼ ਹੀ ਹੋ ਗਈ। ਦਾਈ ਦੁਬਾਰਾ ਫੁਸਫੁਸਾਈ, ਸਿਰਫ ਮਾਲਕ ਉਸ ਦੀ ਰੂਹ ਨੂੰ ਭਜਾ ਸਕਦਾ ਹੈ। ਮਾਲਕ ਦਾ ਖੌਫ ਅਤੇ ਤੋਤੀ ਦਾ ਡਰ ਦੋਵੇਂ ਆਪਸ ਵਿੱਚ ਟਕਰਾ ਗਏ। ਭੂਤ ਫਿਰ ਹਾਵੀ ਹੋ ਗਿਆ। ਦਰਵਾਜ਼ਾ ਖੋਲ੍ਹੇ ਬਗੈਰ ਉਹ ਮੇਰੇ ਕਮਰੇ ਵਿੱਚ ਆ ਵੜੀ ਸੀ। ਉਹ ਕਿਤੇ ਵੀ ਆ ਸਕਦੀ ਸੀ। ਖੌਫ ਨੇ ਮੈਨੂੰ ਆਪਣੀ ਪਕੜ ਵਿੱਚ ਲੈ ਲਿਆ ਅਤੇ ਪੀਰ ਸਾਈਂ ਦੇ ਡਰ ਨੇ ਉਸ ਦੀ ਪਕੜ ਹੋਰ ਮਜ਼ਬੂਤ ਕਰ ਦਿੱਤੀ। ਉਹ ਬਹੁਤ ਬੁਰੀ ਸੀ। ਨਹੀਂ, ਉਹ ਜ਼ਿਆਦਾ ਬੁਰਾ ਹੈ। ਕੀ ਇਹ ਮੇਰਾ ਕਸੂਰ ਸੀ? ਮੈਂ ਰੂਹ ਤੋਂ ਕਿਵੇਂ ਬਚ ਸਕਦੀ ਸਾਂ? ਅੰਮਾ ਸਾਈਂ ਅੱਗ ਬਬੂਲਾ ਹੋ ਰਹੀ ਸੀ। ਕਮਜ਼ੋਰ ਵਿਸ਼ਵਾਸ ਵਾਲੇ ਲੋਕਾਂ ਨੂੰ ਫਸਾਉਣ ਦੇ ਲਈ ਉਹਦੀ ਰੂਹ ਹਰ ਵਾਰ ਸਰਦੀਆਂ ਵਿੱਚ ਆਉਂਦੀ ਹੈ। ਉਹ ਸਾਡੇ ਪੁਰਖਿਆਂ ਦੇ ਬਾਰੇ ਝੂਠ ਬੋਲਦੀ ਹੈ ਅਤੇ ਸਾਡੇ ਮਜ਼ਹਬ ਦੇ ਖਿਲਾਫ ਲੋਕਾਂ ਨੂੰ ਭੜਕਾਉਂਦੀ ਹੈ। ਮੇਰੇ ਉੱਪਰ ਮੰਤਰ ਪੜ੍ਹ ਕੇ ਫੂਕ ਮਾਰਦੇ ਹੋਏ ਉਹ ਕਹਿਣ ਲੱਗੇ, ਤੂੰ ਬਹੁਤ ਖੁਸ਼ਕਿਸਮਤ ਹੈ ਕਿ ਤੂੰ ਉਸ ਤੋਂ ਬਚ ਗਈ। ਆਪਣੀ ਮੌਤ ਦੇ ਬਾਅਦ ਬਦਰੰਗ ਹਰ ਕਮਜ਼ੋਰ ਵਿਸ਼ਵਾਸ ਵਾਲੀ ਔਰਤ ਨੂੰ ਦਿਸਦੀ ਰਹੀ ਹੈ। ਉਸ ਨੇ ਕਾਲੀ ਅਤੇ ਬਹੁਤ ਸਾਰੀਆਂ ਦੂਜੀਆਂ ਔਰਤਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਹੈ। ਤੇਰਾ ਸ਼ੌਹਰ ਇਸ ਤੇ ਬਿਲਕੁਲ ਖੁਸ਼ ਨਹੀਂ ਹੋਵੇਗਾ। ਜਦ ਮੇਰੇ ਸ਼ੌਹਰ ਨੇ ਸੁਣਿਆ, ਗੁੱਸੇ ਨਾਲ ਉਸ ਦਾ ਚਿਹਰਾ ਵਿਗੜ ਗਿਆ ਅਤੇ ਉਸ ਦਾ ਲਹਿਜਾ ਖਤਰਨਾਕ ਹੋ ਗਿਆ। ਅੱਲਾਹ, ਤੂੰ ਮੇਰੇ ਬੇਟੇ ਦੀ ਮਾਂ ਦੀ ਅਸਲੀਅਤ ਦੱਸ ਦਿੱਤੀ ਹੈ। ਉਸ ਨੇ ਸ਼ੈਤਾਨ ਨੂੰ ਸਾਹਮਣੇ ਲਿਆ ਦਿੱਤਾ ਹੈ, ਜਿਸ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ। ਪਹਿਲਾਂ ਤੋਂ ਮੌਜੂਦ ਮੇਰੀਆਂ ਮੁਸੀਬਤਾਂ ਵਿੱਚ ਵਾਧਾ ਕਰਨ ਲਈ ਖੁਦਾ ਤੂੰ ਭੂਤਣੀ ਨੂੰ ਕਿਉਂ ਭੇਜ ਦਿੱਤਾ? ਮੇਰੀ ਗੱਲ ਤੇ ਇੱਕ ਜ਼ੋਰਦਾਰ ਚਪੇੜ ਪਈ, ਜਿਸ ਨੇ ਮੈਨੂੰ ਅੰਮਾ ਸਾਈ ਦੇ ਕਮਰੇ ਦੇ ਦੂਸਰੇ ਕੋਨੇ ਵਿੱਚ ਸੁੱਟ ਦਿੱਤਾ। ਮੇਰੇ ਬਾਲ ਫੜ ਕੇ ਖਿੱਚਦਾ ਹੋਇਆ ਪੀਰ ਸਾਈ ਮੈਨੂੰ ਮੌਤ ਦੇ ਖੂਹ ਬੈਡਰੂਮ ਵਿੱਚ ਲੈ ਆਇਆ। ਇੱਕ ਠੋਕਰ ਨਾਲ ਮੇਰੇ ਪੇਟ ਦੇ ਹੇਠਲੇ ਹਿੱਸੇ ਤੇ ਤੇਜ਼ ਦਰਦ ਹੋਇਆ ਅਤੇ ਮੇਰੇ ਪੈਰ ਮੁੜ ਗਏ। ਉਸ ਦਾ ਪੈਰ ਜ਼ੋਰ ਦੀ ਮੇਰੇ ਗਲੇ ਨੂੰ ਦਬਾ ਰਿਹਾ ਸੀ। ਮੇਰੀਆਂ ਅੱਖਾਂ ਟੋਇਆਂ ਵਿੱਚੋਂ ਵੈਸੇ ਹੀ ਬਾਹਰ ਨਿਕਲ ਰਹੀਆਂ ਸਨ, ਜਿਵੇਂ ਉਸ ਦੇ ਜਿਸਮ ਵਿੱਚੋਂ ਉਸ ਦੀ ਗੋਗੜ। ਉਹ ਸਭ ਕੁਝ ਜਾਣਦਾ ਸੀ। ਮੈਂ ਤੇਰੇ ਕੋਲ ਸਭ ਕੁਝ ਸੁਣਨਾ ਚਾਹੁੰਦਾ ਹਾਂ, ਇਸ ਵਿੱਚ ਭਾਵੇਂ ਤੇਰੀ ਜਾਨ ਚਲੀ ਜਾਵੇ। ਇਸ ਤਰ੍ਹਾਂ ਲੱਗਾ ਕਿ ਅੱਗ ਦੇ ਦਰਿਆ ਵਿੱਚੋਂ ਲੰਘਦਿਆਂ ਇੱਕ ਜ਼ਿੰਦਗੀ ਨਿਕਲ ਗਈ। ਮੇਰੀ ਧੌਣ ਵਿੱਚ ਅੰਮਾ ਸਾਈ ਨੇ ਬਹੁਤ ਸਾਰੇ ਤਵੀਤ ਬੰਨ੍ਹ ਦਿੱਤੇ ਅਤੇ ਉੱਪਰ ਆਪਣੀ ਪਵਿੱਤਰ ਫੂਕ ਮਾਰੀ। ਇਸ ਪੂਰੇ ਦੌਰ ਵਿੱਚ ਮੈਂ ਤੋਤੀ ਤੋਂ ਬਚਣ ਲਈ ਅੱਲਾ ਤੋਂ ਦੁਆ ਮੰਗਦੀ ਰਹੀ। ਮੈਂ ਪਿਛਵਾੜੇ ਫਿਰ ਕਦੀ ਨਹੀਂ ਗਈ ਅਤੇ ਕਦੀ ਇਕੱਲੀ ਰਹਿਣ ਦੀ ਹਿੰਮਤ ਨਹੀਂ ਕੀਤੀ, ਲੇਕਿਨ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਂ ਉਸ ਨੂੰ ਆਪਣੇ ਦਿਮਾਗ ਵਿੱਚੋਂ ਨਹੀਂ ਕੱਢ ਸਕੀ। ਤੋਤੀ ਦੀ ਕਹਾਣੀ ਮੈਨੂੰ ਦਾਈ ਨੇ ਸੁਣਾਈ। ਤੋਤੀ ਦਾ ਬਲੋਚ ਮੰਗੇਤਰ ਅਤੇ ਤੀਸਰੇ ਪੀਰ ਸਾਈਂ ਦੀ ਤੋਤੀ ਦੇ ਬਲੋਚ ਮੰਗੇਤਰ ਤੇ ਤੀਸਰੇ ਸਾਈਂ ਦੇ ਇੱਕ ਮਹਿਮਾਨ ਦੀ ਜੇਬ ਕੱਟਣ ਦਾ ਇਲਜ਼ਾਮ ਲਾਇਆ ਗਿਆ। ਉਹ ਇਸ ਇਲਾਕੇ ਦਾ ਨਹੀਂ ਸੀ ਅਤੇ ਇਹ ਮੁਮਕਿਨ ਨਹੀਂ ਲੱਗਦਾ ਕਿ ਨਤੀਜੇ ਤੋਂ ਵਾਕਿਫ ਕੋਈ ਵੀ ਇਸ ਇਲਾਕੇ ਦਾ ਬੰਦਾ ਪੀਰ ਦੇ ਮਹਿਮਾਨ ਨੂੰ ਲੁੱਟਣ ਦੀ ਜੁਰਤ ਕਰਦਾ। ਜੇ ਇਹ ਕੰਮ ਨਫ਼ਰਤ ਭਰਿਆ ਹੈ ਤਾਂ ਚੋਰ ਓਪਰਾ ਹੋਵੇਗਾ, ਉਹਨਾਂ ਨੇ ਐਲਾਨ ਕੀਤਾ। ਬਲੋਚ ਨੂੰ ਖਿੱਚ ਕੇ ਪੀਰ ਦੇ ਸਾਹਮਣੇ ਲਿਆਂਦਾ ਗਿਆ, ਜਿਸ ਦੇ ਸਾਹਮਣੇ ਉਸਨੇ ਜੁਰਮ ਤੋਂ ਇਨਕਾਰ ਕਰ ਦਿੱਤਾ। ਲੇਕਿਨ ਬਦਰੰਗ ਵਰਗੀ ਇੱਕ ਔਰਤ ਨਾਲ ਸ਼ਾਦੀ ਕਰਨ ਦੀ ਉਸ ਦੀ ਖਾਹਿਸ਼ ਉਸ ਦੇ ਖਿਲਾਫ ਗਵਾਹੀ ਬਣ ਗਈ। ਇੱਕ ਖੂਬਸੂਰਤ ਅਤੇ ਤਾਕਤਵਰ ਮਰਦ ਇਸ ਤਰ੍ਹਾਂ ਦੀ ਵਹੁਟੀ ਨਹੀਂ ਚੁਣ ਸਕਦਾ। ਪੀਰ ਨੇ ਫੈਸਲਾ ਸੁਣਾਇਆ ਤੇ ਐਲਾਨ ਕੀਤਾ,
ਇਹ ਸਿਰਫ ਬਹਾਨਾ ਹੈ ਸਾਡੇ ਇਲਾਕੇ ਵਿੱਚ ਆਉਣ ਦਾ। ਤਰਸ ਖਾ ਕੇ ਇਸ ਤਰ੍ਹਾਂ ਕਿਸੇ ਨੂੰ ਅਪਣਾਉਣਾ ਇਸ ਨਿਰਦਈ ਸਮਾਜ ਵਿੱਚ ਨਹੀਂ ਚੱਲਦਾ। ਇਹ ਉਸ ਮਹੀਨੇ ਦੀ ਗੱਲ ਹੈ ਜਦ ਕਪਾਹ ਦੀ ਫਸਲ ਚੁਗੀ ਦੀ ਹੈ। ਪੀਰ ਮੰਜੀ ਤੇ ਲੇਟਿਆ ਸੀ, ਆਪਣੇ ਪੱਥਰ ਹੋ ਗਏ ਦਿਲਾਂ ਨੂੰ ਫਟੀਆਂ ਪੁਰਾਣੀਆਂ ਚਾਦਰਾਂ ਦੀ ਹੇਠਾਂ ਦੱਬੀ ਆਸੇ-ਪਾਸੇ ਗਰੀਬ ਲੋਕ ਪੈਰਾਂ ਭਰ ਬੈਠੇ ਸਨ। ਬਦਰੰਗ ਦੇ ਆਦਮੀ ਨੂੰ ਇੱਕ ਰੁੱਖ ਦੇ ਨਾਲ ਕੱਸ ਕੇ ਰੱਸੀਆਂ ਨਾਲ ਬੰਨ੍ਹ ਦਿੱਤਾ ਗਿਆ। ਇਸ ਰੁੱਖ ਨੂੰ ਲੋਕ ਥਾਣਾ ਕਹਿੰਦੇ ਸਨ। ਤਸੀਹੇ ਦੇਣ ਦੀ ਪੂਰੀ ਤਿਆਰੀ ਹੋ ਗਈ ਸੀ। ਬਲੋਚ ਦੇ ਲਈ ਮੁੱਛ ਉਸ ਦੀ ਅਣਖ ਦਾ ਸਵਾਲ ਹੁੰਦੀ ਹੈ। ਪੀਰ ਸਾਈਂ ਨੇ ਹੁਕਮ ਦਿੱਤਾ, ਇਸ ਦੀਆਂ ਮੁੱਛਾਂ ਪੱਟ ਦੇਵੋ। ਦੋ ਆਦਮੀਆਂ ਨੇ ਨਿੰਮ ਦੀਆਂ ਪੱਤੀਆਂ ਦੇ ਕੌੜੇ ਪਾਣੀ ਨਾਲ ਆਪਣੀਆਂ ਉਂਗਲਾਂ ਰਗੜੀਆਂ ਅਤੇ ਉਸ ਦੀਆਂ ਮੁੱਛਾਂ ਨੂੰ ਜੜ੍ਹਾਂ ਤੋਂ ਉਖਾੜ ਮਾਰਿਆ। ਉਹ ਭੇੜੀਏ ਵਾਂਗ ਚੀਕ ਰਿਹਾ ਸੀ। ਪੀਰ ਸਾਈਂ ਦੀ ਤਸੱਲੀ ਨਹੀਂ ਹੋਈ। ਉਸ ਨੇ ਆਪਣੇ ਲੋਕਾਂ ਨੂੰ ਉਸ ਆਦਮੀ ਦੇ ਕੱਪੜੇ ਉਤਾਰ ਕੇ ਅਤੇ ਉਸ ਨੂੰ ਪੇਟ ਦੇ ਬੜ ਰੁੱਖ ਨਾਲ ਬੰਨ੍ਹ ਦੇਣ ਦਾ ਫਰਮਾਨ ਜਾਰੀ ਕੀਤਾ। ਖੱਜੀ ਦੇ ਕੌੜਿਆਂ ਨਾਲ ਉਸ ਦੀ ਨੰਗੀ ਖਲ ਉਧੇੜ ਦਿੱਤੀ। ਉਸ ਦੀ ਗੁਦਾ ਵਿੱਚ ਲਾਲ ਮਿਰਚਾਂ ਪਾਈਆਂ। ਉਹ ਪਾਗਲ ਕੁੱਤੇ ਵਾਂਗ ਚੀਕਿਆ ਤੇ ਬੇਹੋਸ਼ ਹੋ ਗਿਆ। ਉਸ ਦੀਆਂ ਰੱਸੀਆਂ ਖੋਲ ਦਿੱਤੀਆਂ ਗਈਆਂ ਅਤੇ ਉਹ ਜ਼ਮੀਨ ਤੇ ਢੇਰ ਹੋ ਗਿਆ। ਉਹ ਮੱਛੀ ਵਾਂਗ ਤੜਫ ਰਿਹਾ ਸੀ। ਕਪਾਹ ਦੀ ਫਸਲ ਤੇ ਰਿੰਗਣ ਵਾਲੀਆਂ ਸੈਂਕੜੇ ਲਾਲ ਕੀੜੀਆਂ ਉਸ ਦੇ ਜ਼ਖਮਾਂ ਤੇ ਦੌੜ ਰਹੀਆਂ ਸਨ ਅਤੇ ਡੰਗ ਮਾਰ ਰਹੀਆਂ ਸਨ। ਰਹਿਮ ਦੇ ਲਈ ਉਸ ਦੀ ਚੀਖ ਪੁਕਾਰ ਨਾਲ ਜੋ ਜਿੱਥੇ ਸੀ ਉੱਥੇ ਖੜਾ ਹੋ ਗਿਆ। ਸ਼ਾਦੀ ਦੇ ਜੋੜੇ ਵਿੱਚ ਸਜੀ ਬਦਰੰਗ ਨੇ ਉਸ ਦੀਆਂ ਚੀਕਾਂ ਸੁਣੀਆਂ। ਉਹ ਚੀਕਦੀ ਚਲਾਉਂਦੀ ਹੋਈ ਦੌੜ ਪਈ। ਉਸ ਦੇ ਬਾਪ ਨੇ ਉਸ ਨੂੰ ਆਪਣੀ ਢਹਿੰਦੀ ਹੋਈ ਕੁੱਲੀ ਵਿੱਚ ਵਾਪਸ ਖਿੱਚਿਆ ਅਤੇ ਥੱਪੜ ਮਾਰ ਕੇ ਚੁੱਪ ਕਰਾ ਦਿੱਤਾ। ਉਸ ਨੇ ਉਸ ਤੋਂ ਵਾਅਦਾ ਲਿਆ ਕਿ ਦੁਬਾਰਾ ਇਸ ਆਦਮੀ ਦੇ ਬਾਰੇ ਕਦੀ ਗੱਲ ਨਹੀਂ ਕਰੇਗੀ। ਉਹ ਮਰ ਚੁੱਕਾ ਹੈ ਅਤੇ ਅੱਲਾ ਦੇ ਫਜ਼ਲ ਨਾਲ ਅਸੀਂ ਜਿਉਂਦੇ ਹਾਂ। ਲੇਕਿਨ ਬਦਰੰਗ ਨੂੰ ਕੋਈ ਨਹੀਂ ਰੋਕ ਸਕਿਆ। ਆਪਣੀ ਬੁਰੀ ਤਰ੍ਹਾਂ ਸਤਾਏ ਗਏ ਆਦਮੀ ਨੂੰ ਬਚਾਉਣ ਦੇ ਲਈ ਉਹ ਥਾਣੇ 'ਚ ਵੱਲ ਦੌੜੀ। ਪੀਰ ਦੇ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਖਿੱਚ ਕੇ ਉਸ ਨੂੰ ਮਾਲ ਕੋਲ ਲੈ ਗਏ। ਉਸ ਨੇ ਆਪਣੀਆਂ ਲੱਤਾਂ ਖਿਲਾਰ ਲਈਆਂ ਅਤੇ ਵਿਰੋਧ ਕਰਨ ਲੱਗੀ। ਉਸ ਦੇ ਜਿਸਮ ਦੇ ਆਸੇ-ਪਾਸੇ ਧੂੜ ਉੱਡੀ। ਵਿਰੋਧ ਕਰਦਿਆਂ ਉਸ ਨੇ ਜ਼ਮੀਨ ਤੇ ਨਿਸ਼ਾਨ ਪਾ ਦਿੱਤੇ। ਵਹੁਟੀ ਦਾ ਇਹ ਵਿਰੋਧ ਉਸ ਡਰ ਦੇ ਖਿਲਾਫ ਸੀ ਜੋ ਉਸ ਦੀਆਂ ਅੱਖਾਂ ਵਿੱਚ ਦੌੜ ਰਿਹਾ ਸੀ। ਜਦ ਉਹਨਾਂ ਨੇ ਉਸ ਨੂੰ ਜ਼ਮੀਨ ਤੇ ਪਟਕਿਆ ਤਾਂ ਉਹ ਚੀਕ ਉੱਠੀ, ਸ਼ੈਤਾਨੋ, ਅੱਜ ਹੀ ਮੈਨੂੰ ਅੱਲਾ ਤੱਕ ਪਹੁੰਚਾ ਦੇਵੋ। ਸ਼ੈਤਾਨ ਨੂੰ ਮਨਮਾਨੀ ਕਰ ਲੈਣ ਦੇਵੋ। ਜੋ ਕੁਝ ਪੀਰ ਸਾਈਂ ਉਸ ਨਾਲ ਕਰਦਾ ਸੀ ਉਹ ਘੱਟ ਨਹੀਂ ਸੀ। ਉਸ ਦੇ ਪੈਰਾਂ ਦੀਆਂ ਤਲੀਆਂ ਤੇ ਕੋੜੇ ਪੈ ਰਹੇ ਸਨ। ਬੇਪਨਾਹ ਦਰਦ ਨਾਲ ਉਹ ਸਿਰ ਤੋਂ ਪੈਰਾਂ ਤੱਕ ਤੜਫ ਰਹੀ ਸੀ, ਪਰ ਮੂੰਹ ਵਿੱਚੋਂ ਸੀ ਤੱਕ ਨਹੀਂ ਸੀ ਨਿਕਲ ਰਹੀ। ਉਹ ਦਰਦ ਨੂੰ ਨਿਗਲਦੀ ਜਾ ਰਹੀ ਸੀ। ਖੱਜੀ ਦੀਆਂ ਫੁਕਾਰਾਂ ਆਪਣੇ ਸ਼ਿਕਾਰ ਨੂੰ ਰੂਹ ਤੱਕ ਤੋੜਨ ਲਈ ਬੇਜਦ ਸਨ। ਬਾਹਰ ਖੜਾ ਉਸ ਦਾ ਬੇਸਹਾਰਾ ਬਾਪ ਆਸ਼ੂਰਾ ਤੇ ਖੁਦ ਨੂੰ ਜੰਜੀਰਾਂ ਨਾਲ ਮਾਰ-ਮਾਰ ਕੇ ਲਹੂ ਲੁਹਾਨ ਕਰ ਦੇਣ ਵਾਲਿਆਂ ਵਾਂਗ ਆਪਣੀ ਛਾਤੀ ਪਿੱਟ ਰਿਹਾ ਸੀ। ਦਾਈ ਜਦ ਦੁਆਰਾ ਨਸਵਾਰ ਲੈਣ ਲਈ ਰੁਕੀ, ਮੈਂ ਸੋਚਿਆ ਕਿ ਆਪਣੀਆਂ ਜ਼ਿੰਦਗੀਆਂ ਵਿੱਚ ਅਸੀਂ ਪੁਰਾਤਨ ਦੁਖਾਂਤ ਨੂੰ ਦੁਹਰਾ ਰਹੇ ਹਾਂ। ਜ਼ਾਰ-ਜ਼ਾਰ ਰੋਂਦਾ ਹੋਇਆ ਬਦਰੰਗ ਦਾ ਬਾਪ ਆਪਣੇ ਪੀਰ ਦੇ ਅੱਗੇ ਗਿੜਗਿੜਾਇਆ, ਅੱਲਾ ਦੇ ਨਾਂ ਤੇ, ਉਸ ਦੇ ਪੈਗੰਬਰ ਦੇ ਨਾਂ ਤੇ, ਸਾਈ ਫਾਤਮਾ, ਅਲੀ ਹਸਨ ਤੇ ਹੁਸੈਨ ਦੇ ਨਾਂ ਤੇ, ਸਾਈਂ ਮੇਰੀ ਬੱਚੀ ਦੇ ਗੁਨਾਹ ਬਖਸ਼ ਦੇ। ਆਪਣੇ ਪੀਰ ਦੇ ਨਾਂ ਤੇ, ਆਪਣੇ ਪੁਰਖਿਆਂ ਦੇ ਨਾਂ, ਆਪਣੀ ਮਾਂ, ਆਪਣੇ ਪੁੱਤਾਂ ਦੇ ਨਾਂ, ਆਪਣੀ ਸਿਹਤ, ਆਪਣੀ ਇੱਜ਼ਤ ਦੇ ਨਾਂ, ਕਿਆਮਤ ਦੇ ਦਿਨ, ਉਰਸ ਦੇ ਦਿਨ ਦੇ ਨਾਂ ਤੇ ਰਹਿਮ ਕਰ ਸਾਈਂ। ਅੱਲਾ ਦੇ ਨਾਂ ਤੇ ਮੇਰੀ ਬੱਚੀ ਨੂੰ ਮੁਆਫ ਕਰ ਦੇ ਸਾਈਂ। ਉਸ ਨੇ ਰਹਿਮ ਨਹੀਂ ਕੀਤਾ। ਬਦਰੰਗ ਨੂੰ ਉਸ ਦੇ ਬਾਪ ਦੇ ਘਰ ਮੰਜੀ ਤੇ ਲਿਆ ਜਾਇਆ ਗਿਆ। ਜਦ ਉਹ ਦੁਬਾਰਾ ਹੋਸ਼ ਵਿੱਚ ਨਹੀਂ ਆਈ ਤਾਂ ਹਕੀਮ ਨੂੰ ਬੁਲਾਇਆ ਗਿਆ, ਜੋ ਪੀਰ ਸਾਈਂ ਤੋਂ ਉਨਾ ਹੀ ਡਰਦਾ ਸੀ ਜਿੰਨੀਆਂ ਹਵੇਲੀ ਦੀਆਂ ਔਰਤਾਂ। ਉਸ ਦੇ ਪੱਠੇ ਕੀਮਾ ਬਣ ਚੁੱਕੇ ਸਨ। ਖੂਨ ਦਾ ਬਹਾਅ ਰੋਕਣ ਲਈ ਥੋੜੇ-ਥੋੜੇ ਮਿੰਟਾਂ ਬਾਅਦ ਜੜੀਆਂ ਬੂਟੀਆਂ ਦਾ ਪਾਊਡਰ ਲਾਇਆ ਜਾਂਦਾ, ਪਰ ਜਦ ਖੂਨ ਨਹੀਂ ਰੁਕਿਆ ਤਾਂ ਜ਼ਖਮ ਵਿੱਚ ਹਕੀਮ ਨੇ ਕੱਪੜਾ ਭਰ ਦਿੱਤਾ। ਰਾਹਤ ਦੇਣ ਲਈ ਜਦ ਉਸ ਦੇ ਬੁੱਢੇ ਬਾਪ ਨੇ ਮੱਥੇ ਤੇ ਹੱਥ ਰੱਖਿਆ, ਉਸ ਨੇ ਉਹਨਾਂ ਦਰਦ ਭਰੀਆਂ ਅੱਖਾਂ ਨਾਲ ਉੱਪਰ ਵੇਖਿਆ ਜੋ ਹਾਰ ਕੇ ਵੀ ਜਿੱਤ ਚੁੱਕੀਆਂ ਸਨ। ਸਾਉਣ ਇਸ਼ਕ ਦਾ ਮੌਸਮ ਹੁੰਦਾ ਹੈ। ਰਿਮਝਿਮ ਫੁਹਾਰਾਂ, ਕਾਲੀਆਂ ਘਟਾਵਾਂ, ਜਾਮਣਾ ਦੇ ਨਾਲ ਲੱਦੇ ਰੁੱਖ, ਬੰਜਰ ਜ਼ਮੀਨ ਅਤੇ ਇਸ ਦੇ ਵਾਸੀਆਂ ਵਿੱਚ ਅੱਗ ਲਾ ਦਿੰਦੇ ਹਨ। ਆਮ ਕਰਕੇ ਜਿਸਮਾਨੀ ਤਾਲੁਕਾਤ ਅਤੇ ਘਰੋਂ ਭੱਜਣ ਦੇ ਮਾਮਲੇ ਲੋਕਾਂ ਦੀ ਤਰ੍ਹਾਂ ਆਮ ਹੋ ਜਾਂਦੇ ਹਨ। ਇਹੋ ਵਕਤ ਹੁੰਦਾ ਹੈ ਜਦ ਜ਼ਖਮ ਭਰਦੇ ਹਨ। ਮੌਸਮ ਦੀ ਨਮੀ ਨੇ ਜ਼ਖਮਾਂ ਵਿੱਚ ਕੀੜੇ ਪੈਦਾ ਕਰ ਦਿੱਤੇ ਜੋ ਤੇਜ਼ੀ ਨਾਲ ਵਧੇ ਅਤੇ ਬਦਰੰਗ ਦੇ ਗੋਸ਼ਤ ਨੂੰ ਜਲਦੀ ਹੀ ਖਾ ਗਏ। ਉਸ ਦੇ ਜ਼ਖਮਾਂ ਵਿੱਚ ਕੀੜੇ ਪੈਂਦੇ, ਉਹਨਾਂ ਨੂੰ ਕੱਟਿਆ ਜਾਂਦਾ, ਸਾਫ਼ ਕੀਤਾ ਜਾਂਦਾ, ਕੱਪੜਾ ਭਰਿਆ ਜਾਂਦਾ। ਇਹ ਕੰਮ ਤਦ ਤੱਕ ਚੱਲਦਾ ਰਿਹਾ ਜਦ ਤੱਕ ਉਹ ਮਰ ਨਹੀਂ ਗਈ। ਉਸ ਭਿਆਨਕ ਰਾਤ ਤੂਫਾਨ ਆਇਆ ਸੀ। ਤੇਜ਼ ਹਵਾ ਵਿੱਚ ਬਦਰੰਗ ਦੀ ਰੂਹ ਘੁੰਮ ਰਹੀ ਸੀ। ਉਹ ਉਸ ਨੂੰ ਪਹਾੜੀ ਦੀ ਚੋਟੀ ਤੇ ਚੁੱਕ ਕੇ ਲੈ ਗਈ
ਅਤੇ ਉਸ ਨੂੰ ਚਾਰੇ ਪਾਸੇ ਉਡਾ ਦਿੱਤਾ। ਉਹ ਧੂੜ ਬਣ ਗਈ ਸੀ ਅਤੇ ਸਾਰਾ ਦਿਨ ਉੱਡਦੀ ਰਹੀ। ਉਸ ਦੀ ਮੁਹੱਬਤ ਪ੍ਰਵਾਨ ਨਹੀਂ ਚੜ੍ਹੀ ਅਤੇ ਖਵਾਇਸ਼ਾਂ ਪੂਰੀਆਂ ਨਹੀਂ ਹੋਈਆਂ। ਇਸ ਲਈ ਉਸ ਦੀ ਰੂਹ ਦਰਗਾਹ ਦੇ ਇਰਦ ਗਿਰਦ ਭਟਕਦੀ ਰਹਿੰਦੀ। ਠੰਡੀ ਆਹ ਭਰਦੇ ਹੋਏ ਦਾਈ ਨੇ ਕਹਾਣੀ ਨੂੰ ਇੱਕ ਨਵਾਂ ਮੋੜ ਦਿੱਤਾ। ਇੱਕ ਕਾਫਰ ਦੀ ਮੌਤ ਤੇ ਕਿਸੇ ਨੇ ਅਫਸੋਸ ਜ਼ਾਹਰ ਕਰਨ ਦੀ ਵੀ ਜੁਰਤ ਨਹੀਂ ਕੀਤੀ। ਜਦ ਉਸ ਦਾ ਤਾਲੁਕ ਪੀਰ ਦੀ ਹਕੂਮਤ ਨਾਲ ਸੀ ਤਾਂ ਰਹਿਮ ਕਰਮ ਦਾ ਕੋਈ ਵੀ ਸਵਾਲ ਨਹੀਂ ਸੀ। ਹਮਦਰਦੀ ਸਵਾਲ ਪੈਦਾ ਕਰਦੀ ਅਤੇ ਬਾਗੀਆਂ ਨੂੰ ਪੈਦਾ ਕਰਦੀ ਹੈ ਜੋ ਬਗਾਵਤ ਕਰਦੇ ਹਨ। ਬਦਰੰਗ ਦੀ ਮੌਤ ਦੀ ਖਬਰ ਤੇਜ਼ੀ ਨਾਲ ਫੈਲੀ, ਪਰ ਜੋ ਸੱਚ ਤੋਂ ਬਹੁਤ ਦੂਰ ਸੀ। ਲੋਕਾਂ ਨੇ ਕਿਹਾ, ਲੜਕੀ ਨੇ ਸਾਡੇ ਪੈਗੰਬਰ ਦੀ ਨਾਫਰਮਾਨੀ ਕਰਨ ਦੀ ਜੁਰਤ ਕੀਤੀ। ਅਸੀਂ ਉਹਨੂੰ ਉਸ ਦੇ ਬਾਰੇ ਬੇਹੁਦਾ ਤਰੀਕੇ ਨਾਲ ਬੋਲਦਿਆਂ ਸੁਣਿਆ। ਉਹ ਉਸ ਉੱਤੇ ਹੱਸ ਰਹੀ ਸੀ, ਮਜ਼ਾਕ ਉਡਾ ਰਹੀ ਸੀ। ਅਸੀਂ ਖੁਦ ਆਪਣੇ ਕੰਨਾਂ ਨਾਲ ਸੁਣਿਆ। ਦੂਜਿਆਂ ਨੇ ਸਹੁੰ ਖਾਧੀ। ਉਸਨੇ ਕੁਰਾਨ ਪਾਕ ਨੂੰ ਅੱਗ ਲਾਈ। ਉਸਨੇ ਕੁਫਰ ਕੀਤਾ। ਅਸਾਂ ਖੁਦ ਵੇਖਿਆ ਸੀ। ਜਦ ਉਹ ਪਵਿੱਤਰ ਪੰਨਿਆਂ ਨੂੰ ਸਾੜ ਰਹੀ ਸੀ, ਅਸੀਂ ਉੱਥੇ ਹੀ ਸਾਂ। ਜਿਸ ਕਿਸੇ ਨੇ ਇਹਨਾਂ ਇਲਜ਼ਾਮਾਂ ਦੇ ਬਾਰੇ ਸੁਣਿਆ, ਉਸ ਨੂੰ ਮਾਰ ਦੇਣ ਲਈ ਪੀਰ ਦੀ ਤਾਰੀਫ ਕੀਤੀ। ਬਲੋਚ ਨੂੰ ਹਰ ਕੋਈ ਭੁੱਲ ਗਿਆ ਸੀ। ਦਾਈ ਨੂੰ ਅਚਾਨਕ ਹੀ ਦਰਗਾਹ ਨੂੰ ਲੈ ਕੇ ਆਪਣੀ ਡੂੰਘੀ ਵਫਾਦਾਰੀ ਯਾਦ ਆ ਗਈ ਤੇ ਉਸਨੇ ਫੌਰਨ ਜੋੜਿਆ। ਪੀਰ ਨੂੰ ਅੱਲਾਹ ਤਾਲਾ ਨੇ ਚੁਣਿਆ ਸੀ। ਉਹ ਜਾਣਦਾ ਸੀ ਕਿ ਕਾਫਰਾਂ ਤੋਂ ਮਜ਼ਹਬ ਨੂੰ ਕਿਵੇਂ ਬਚਾਇਆ ਜਾਵੇ। ਮੈਨੂੰ ਹੈਰਾਨੀ ਹੋਈ ਕਿ ਪਿਆਰ ਵਿੱਚ ਪਾਗਲ ਇੱਕ ਬੇਸਹਾਰਾ ਕੁੜੀ ਕੋਲੋਂ ਮਜ਼ਹਬ ਨੂੰ ਕੀ ਖਤਰਾ ਹੋ ਸਕਦਾ ਸੀ। ਮੈਨੂੰ ਇਸ ਤੇ ਵੀ ਹੈਰਾਨੀ ਹੋਈ ਕਿ ਲੋਕਾਂ ਨੇ ਇਹ ਕਿਉਂ ਨਹੀਂ ਵੇਖਿਆ ਕਿ ਕੁਰਾਨ ਪਾਕ ਨੂੰ ਪੀਰ ਸਾਈਂ ਸਾੜ ਰਿਹਾ ਹੈ ਅਤੇ ਦਰਗਾਹ ਦੇ ਨਾਲ ਉਸ ਦੇ ਜੁੜੇ ਹੋਣ ਨੂੰ ਲੈ ਕੇ ਮੈਨੂੰ ਕੰਬਣੀ ਜਿਹੀ ਆਈ। ਮੈਨੂੰ ਤੋਤੀ ਤੇ ਯਕੀਨ ਹੋ ਗਿਆ। ਉਹ ਉਨੀ ਹੀ ਚੰਗੀ ਸੀ ਜਿੰਨੇ ਉਹ ਬੁਰੇ ਸਨ। ਉਹਨਾਂ ਸਰਦੀਆਂ ਵਿੱਚ ਆਪਣੀ ਮਿਲਣੀ ਦੀ ਥਾਂ ਤੇ ਮੈਂ ਤੋਤੀ ਦੀ ਉਡੀਕ ਕਰਦੀ ਅਤੇ ਮੈਂ ਉਸ ਨੂੰ ਹੌਲੀ ਜਿਹੀ ਬੁਲਾਇਆ, ਮੁੜ ਆ ਤੋਤੀ, ਕਿਸੇ ਨੂੰ ਖਬਰ ਨਹੀਂ ਹੋਵੇਗੀ। ਮੈਂ ਤੇਰੇ ਹੰਝੂ ਪੂੰਝਣਾ ਚਾਹੁੰਦੀ ਹਾਂ। ਮੈਂ ਤੇਰੀ ਭੈਣ ਹਾਂ ਤੋਤੀ, ਮੁੜ ਆ। ਲੇਕਿਨ ਉਹ ਫਿਰ ਕਦੇ ਨਹੀਂ ਪਰਤੀ, ਨਾ ਤਦ ਅਤੇ ਨਾ ਫਿਰ ਕਦੇ। ਇੰਨੀਆਂ ਅੱਡ-ਅੱਡ ਚੀਜ਼ਾਂ ਵਿੱਚ ਮੁਹਾਰਤ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਮੇਰਾ ਸਾਹ ਫੁੱਲ ਗਿਆ। ਮੇਰੇ ਕੋਲ ਕੋਈ ਵਕਤ ਨਹੀਂ ਸੀ। ਜਦ ਮੈਂ ਹਰ ਤਰੀਕੇ ਨਾਲ ਸਭ ਕੁਝ ਕਰਨ ਦੇ ਲਈ ਆਪਣੇ ਸ਼ੌਹਰ ਦੇ ਹੇਠਾਂ ਨਹੀਂ ਹੁੰਦੀ, ਮੈਂ ਆਪਣੇ ਹੇਠ ਦੱਬੀ ਹੁੰਦੀ। ਮੇਰੇ ਲਈ ਦੋਵੇਂ ਬੱਚਿਆਂ ਨੂੰ ਸੰਭਾਲਣਾ ਵੀ ਔਖਾ ਹੋ ਗਿਆ ਸੀ। ਮੈਨੂੰ ਲੱਗਦਾ ਸੀ ਕਿ ਉਹਨਾਂ ਤੋਂ ਦੂਰ ਰਹਿ ਕੇ ਲੰਘਾਇਆ ਹਰ ਪਲ ਬਰਬਾਦ ਹੋ ਰਿਹਾ ਹੈ। ਪਰ ਫਿਰ ਵੀ ਹਰ ਗੱਲ ਨੂੰ ਜ਼ਿਆਦਾ ਖਾਸ ਬਣਾ ਦਿੱਤਾ ਜਾਂਦਾ। ਬੱਚੇ ਜ਼ਿਆਦਾਤਰ ਨੌਕਰਾਨੀਆਂ ਅਤੇ ਰਿਸ਼ਤੇ ਦੇ ਭੈਣਾਂ ਭਰਾਵਾਂ ਦੇ ਨਾਲ ਖੇਡਦੇ ਅਤੇ ਨੌਕਰਾਨੀਆਂ ਦੇ ਬੱਚਿਆਂ ਦਾ ਇਸਤੇਮਾਲ ਖਿਡੌਣਿਆਂ ਵਾਂਗ ਕਰਦੇ। ਅੰਮਾ ਸਾਈਂ ਦੀ ਜ਼ਿੰਦਗੀ ਵੀ ਮੇਰੇ ਵਰਗੀ ਹੀ ਰਹੀ ਸੀ। ਉਹੀ ਭੈ, ਉਹੀ ਅਤਿਆਚਾਰ, ਪੂਰਨਤਾ ਦੀ ਉਹੀ ਮੰਗ ਅਤੇ ਉਹੀ ਕੈਦ। ਲੇਕਿਨ ਅੰਮਾ ਸਾਈਂ ਦੀ ਜ਼ਿੰਦਗੀ ਸਿਰਫ ਉਹਨਾਂ ਦੇ ਸ਼ੌਹਰ ਦੇ ਲਈ ਸੀ। ਬੱਚਿਆਂ ਦੀ ਪਾਲਣਾ ਨੌਕਰਾਨੀਆਂ ਦੀ ਗੋਦ ਵਿੱਚ ਹੋਈ ਸੀ। ਇੱਕ ਕਿੱਸਾ ਇਹ ਹੈ ਕਿ ਆਪਣੀ ਔਲਾਦ ਤੋਂ ਉਹ ਇੰਨੀ ਅਣਜਾਣ ਹੋ ਗਈ ਸੀ ਕਿ ਇੱਕ ਵਾਰ ਜਦ ਉਹਨਾਂ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਇੱਕ ਨੌਕਰਾਣੀ ਨਾਲ ਲੇਟੇ ਵੇਖਿਆ, ਔਰਤਾਂ ਦੇ ਕਮਰੇ ਵਿੱਚ ਉਹ ਇੱਕ ਓਪਰੇ ਮਰਦ ਦੀ ਮੌਜੂਦਗੀ ਨੂੰ ਲੈ ਕੇ ਉਹਨਾਂ ਨੇ ਅਸਮਾਨ ਸਿਰ ਤੇ ਚੁੱਕ ਲਿਆ ਸੀ, ਇਸ ਉਮੀਦ ਤੇ ਕਿ ਗੁੱਪੀ ਅਤੇ ਛੋਟੇ ਸਾਈਂ ਮੈਨੂੰ ਭੁੱਲ ਨਾ ਜਾਣ। ਕਦੀ ਖਤਮ ਨਾ ਹੋਣ ਵਾਲੇ ਕੰਮਾਂ ਵਿੱਚ ਜਦ ਇੱਕ ਪਲ ਕੱਢ ਲੈਂਦੀ, ਮੈਂ ਉਹਨਾਂ ਨਾਲ ਖੂਬ ਲਾਡ ਕਰਦੀ ਅਤੇ ਮੂੰਹ ਚੁੰਮਦੀ। ਮੈਂ ਉਹਨਾਂ ਨੂੰ ਵੱਧਦੇ ਹੋਏ ਵੇਖਣਾ ਚਾਹੁੰਦੀ ਸਾਂ। ਮੈਂ ਉਹਨਾਂ ਦੇ ਪਹਿਲੇ ਲਫ਼ਜ਼ ਸੁਣਨ ਅਤੇ ਉਹਨਾਂ ਦੇ ਪਹਿਲੇ ਕਦਮਾਂ ਵਿੱਚ ਉਹਨਾਂ ਦੀ ਮਦਦ ਕਰਨ ਦੀ ਖਾਹਿਸ਼ ਕਰਦੀ, ਲੇਕਿਨ ਇਹ ਕਦੀ ਨਹੀਂ ਹੋਇਆ। ਗੁੱਪੀ ਨਾਲ ਮੈਂ ਉਸ ਦੁਨੀਆ ਦੀ ਗੱਲ ਕਰਨਾ ਚਾਹੁੰਦੀ ਸਾਂ ਜਿਸ ਨੂੰ ਮੈਂ ਇੱਥੇ ਆਉਣ ਤੋਂ ਪਹਿਲਾਂ ਜਾਣਦੀ ਸਾਂ। ਮੈਂ ਚਾਹੁੰਦੀ ਸਾਂ ਕਿ ਉਹ ਉੱਡਣਾ ਸਿੱਖੇ ਅਤੇ ਉਹ ਸਿਰਜਣਸ਼ੀਲ ਅਤੇ ਕਲਪਨਾਸ਼ੀਲ ਹੋਵੇ ਤਾਂ ਕਿ ਉਹ ਕਿਸੇ ਤਰ੍ਹਾਂ ਦੇ ਪਲ ਖੁਸ਼ੀ ਹਾਸਲ ਕਰ ਸਕੇ। ਜਦ ਕਦੀ ਮੈਨੂੰ ਘਰ ਦੇ ਕੰਮਕਾਜ ਵਿੱਚ ਮੌਕਾ ਮਿਲਦਾ ਜਿਸ ਵਿੱਚ ਮੇਰੇ ਦਿਮਾਗ ਨੇ ਪੂਰੇ ਤੌਰ ਤੇ ਖਪਣਾ ਨਹੀਂ ਹੁੰਦਾ, ਤਾਂ ਮੈਂ ਇਸ ਤਰ੍ਹਾਂ ਦੇ ਮੌਕੇ ਤੇ ਜ਼ਿਆਦਾਤਰ ਗੁੱਪੀ ਨਾਲ ਗੱਲ ਕਰਦੀ। ਮੈਂ ਗੌਰ ਕੀਤਾ, ਉਸ ਛੋਟੀ ਜਿਹੀ ਉਮਰ ਵਿੱਚ ਹੀ ਆਪਣੇ ਫੈਸਲੇ ਖੁਦ ਕਰਦੀ ਅਤੇ ਅਹਿਸਾਸ ਹੋਇਆ ਕਿ ਇਹ ਬਹੁਤ ਸੰਤੁਲਿਤ ਹੈ। ਉਸ ਦੇ ਬਾਪ ਦਾ ਲਾਡ ਕਰਨ ਦਾ ਇੱਕੋ ਹੀ ਢੰਗ ਸੀ। ਬਦਕਿਸਮਤੀ ਨਾਲ ਜਦ ਕਦੀ ਉਹ ਉਸ ਦੇ ਨੇੜੇ ਆਉਂਦਾ, ਉਸ ਦੀਆਂ ਗੱਲਾਂ ਤੇ ਚੁੰਡੀ ਵੱਢਦਾ, ਲੱਗਦਾ ਕਿ ਉਹ ਉਸ ਦੇ ਗੋਸ਼ਤ ਦਾ ਇੱਕ ਟੁਕੜਾ ਕੱਢ ਲਵੇਗਾ। ਵੈਸੇ ਤਾਂ ਗੁੱਪੀ ਨੇ ਕਦੀ ਆਪਣੀਆਂ ਅੱਖਾਂ ਨਹੀਂ ਝੁਕੀਆਂ, ਲੇਕਿਨ ਉਹ ਉਸ ਦੀ ਮੌਜੂਦਗੀ ਵਿੱਚ ਇੰਨਾ ਘੱਟ ਆਉਂਦੀ ਸੀ ਕਿ ਜੇ ਉਹ ਦੂਸਰੇ ਬੱਚਿਆਂ ਨਾਲ ਖੇਡ ਰਹੀ ਹੁੰਦੀ ਤਾਂ ਉਸ ਦਾ ਬਾਪ ਉਸ ਨੂੰ ਪਛਾਣ ਨਹੀਂ ਸੀ ਸਕਦਾ। ਆਪਣੇ ਬੇਟੇ ਨੂੰ ਕੁਝ ਸਿਖਾਉਣ ਦੀ ਮੇਰੀ ਕਦੀ ਹਿੰਮਤ ਨਹੀਂ ਪਈ। ਕਦੀ ਕਦੀ ਜਦ ਉਹ ਸੌ ਰਿਹਾ ਹੁੰਦਾ, ਮੈਂ ਉਸ ਦੇ ਗੁੱਟ ਦੇ ਵੱਜੇ ਕਾਲੇ ਧਾਗੇ ਨੂੰ ਟੋਹਦੀ, ਸੋਚਦੀ ਕਿ ਕੀ ਇਸ ਵਿੱਚ ਵਾਕਿਆ ਹੀ ਇੰਨੀ ਤਾਕਤ ਹੈ
ਜੋ ਇਸ ਨੂੰ ਉਸ ਸ਼ੈਤਾਨ ਤੋਂ ਬਚਾ ਸਕੇ ਅਤੇ ਵਿਰਾਸਤ ਵਿੱਚ ਮਿਲੇ ਆਪਣੇ ਮੁਕੱਦਰ ਤੋਂ ਬਚਾ ਸਕੇ, ਉਸ ਨੂੰ ਲੈ ਕੇ ਮੈਂ ਬੇਹੱਦ ਡਰੀ ਹੋਈ ਸਾਂ। ਮੇਰੀ ਜ਼ਿੰਦਗੀ ਵਿੱਚ ਉਹ 7 ਦਿਨ ਆਜ਼ਾਦੀ ਦੇ ਹੁੰਦੇ ਸਨ ਜੋ ਮਾਹਵਾਰੀ ਮੈਨੂੰ ਦਿੰਦੀ ਸੀ। ਮੈਂ ਉਡੀਕ ਕਰਦੀ ਕਿ ਜਦ ਆਪਣੇ ਬਿਸਤਰੇ ਵਿੱਚ ਆਪਣੇ ਦੋਵਾਂ ਬੱਚਿਆਂ ਵਿਚਕਾਰ ਸੁੱਤੀ ਪਈ ਹੋਵਾਂਗੀ, ਉਹਨਾਂ ਨਾਲ ਸਾਰੀ ਰਾਤ ਗੱਲਾਂ ਕਰਦੇ ਰਹਿਣ ਦਾ ਤਸੱਵਰ ਕਰਦੀ। ਲੇਕਿਨ ਜਦ ਤੱਕ ਮੈਂ ਉਹਨਾਂ ਦੇ ਕੋਲ ਪਹੁੰਚਦੀ, ਉਹ ਡੂੰਘੀ ਨੀਂਦ ਵਿੱਚ ਹੁੰਦੇ। ਜਦ ਮੈਂ ਫਜਰ ਦੀ ਨਮਾਜ਼ ਲਈ ਉੱਠਦੀ, ਉਹ ਅਜੇ ਸੌਂ ਹੀ ਰਹੇ ਹੁੰਦੇ ਅਤੇ ਮੈਂ ਨਾਸ਼ਤੇ ਦਾ ਪ੍ਰਬੰਧ ਕਰਨ ਵਿੱਚ ਜੁਟ ਜਾਂਦੀ। ਜਦ ਮੈਂ ਦਿਨ ਵਿੱਚ ਉਹਨਾਂ ਨੂੰ ਮਿਲਦੀ ਤਾਂ ਉਹਨਾਂ ਨੂੰ ਯਕੀਨ ਦਿਵਾਉਣ ਦਾ ਯਤਨ ਕਰਦੀ ਕਿ ਪਿਛਲੀ ਰਾਤ ਮੈਂ ਉਹਨਾਂ ਦੇ ਨਾਲ ਸੁੱਤੀ ਸੀ। ਮੈਂ ਵਾਅਦਾ ਕਰਦੀ ਹਾਂ ਕਿ ਇਸ ਰਾਤ ਵੀ ਮੈਂ ਇਸੇ ਤਰ੍ਹਾਂ ਹੀ ਕਰਾਂਗੀ। ਉਹਨਾਂ ਨੂੰ ਆਪਣੀ ਮੌਜੂਦਗੀ ਦੱਸਣ ਦਾ ਇੱਕ ਦੂਸਰਾ ਰਸਤਾ ਵੀ ਸੀ, ਨੀਂਦ ਵਿੱਚ ਉਹਨਾਂ ਨੂੰ ਚੁੰਮਣਾ। ਉਮੀਦ ਕਰਦੀ ਸੀ ਕਿ ਇਸ ਨਾਲ ਮੈਂ ਉਹਨਾਂ ਦੇ ਨੰਨੇ ਸੁਪਨਿਆਂ ਵਿੱਚ ਦਾਖਲ ਹੋ ਸਕਾਂਗੀ। ਪੀਰ ਸਾਈਂ ਜਦ ਇਸਲਾਮਾਬਾਦ ਵਿੱਚ ਹੋ ਰਹੇ ਸੰਮੇਲਨ ਵਿੱਚ ਭਾਗ ਲੈਣ ਗਿਆ, ਮੈਂ ਅਚਾਨਕ ਹੀ ਆਜ਼ਾਦ ਹੋ ਗਈ। ਮੈਂ ਖੁਸ਼ੀ ਨਾਲ ਨੱਚ ਸਕਦੀ ਸੀ, ਪਰ ਇਸ ਦੀ ਬਜਾਏ ਮੈਂ ਉਹਨਾਂ ਦੇ ਖਿਆਲਾਂ ਵਿੱਚ ਉਲਝੀ ਰਹੀ। ਸਾਰੇ ਮੁਲਕ ਦੇ ਧਾਰਮਿਕ ਨੇਤਾ ਉੱਥੇ ਇਸ 'ਤੇ ਵਿਚਾਰ ਕਰਨ ਲਈ ਇਕੱਠੇ ਹੋਏ ਸਨ ਕਿ ਇਸਲਾਮ ਦੀਆਂ ਕਿਹੜੀਆਂ ਹਦਾਇਤਾਂ ਉਹਨਾਂ ਦੇ ਹੱਕ ਵਿੱਚ ਸਭ ਤੋਂ ਵੱਧ ਮੁਫੀਦ ਸਨ। ਮੈਂ ਉਹਨਾਂ ਦੀਆਂ ਉੱਚੀਆਂ ਕਲਫਦਾਰ ਪੱਗਾਂ ਵਿੱਚ ਉਹਨਾਂ ਦਾ ਤਸੱਵਰ ਕੀਤਾ ਜੋ ਉਹਨਾਂ ਦੇ ਸਿਰਾਂ 'ਤੇ ਤਣੀਆਂ ਹੋਈਆਂ ਸਨ। ਉਹਨਾਂ ਵਿੱਚੋਂ ਕੁਝ ਛੋਟੇ ਘਰਾਣਿਆਂ ਦੇ ਨੁਮਾਇੰਦੇ ਸਨ ਅਤੇ ਉਹ ਹੋਰਾਂ ਦੇ ਮੁਕਾਬਲੇ ਛੋਟੇ ਖੁਦਾ ਹੋਣਗੇ। ਪੀਰ ਸਾਈਂ ਜ਼ਾਹਰ ਹੈ ਉਹਨਾਂ ਵਿੱਚ ਸਭ ਤੋਂ ਵੱਧ ਤਾਕਤਵਰ ਸੀ ਅਤੇ ਉਸ ਦੀ ਰਾਏ ਜ਼ਿਆਦਾ ਵਜਨ ਰੱਖਦੀ ਸੀ। ਮੈਂ ਫਰਸ਼ 'ਤੇ ਸਿੱਧੀ ਲੇਟੀ ਸਾਂ। ਗੁੱਪੀ ਮੇਰੇ ਗੋਡਿਆਂ ਨਾਲ ਚਿੰਬੜੀ ਹੋਈ ਸੀ। ਮੈਂ ਆਪਣੀਆਂ ਲੱਤਾਂ ਨਾਲ ਉਸ ਨੂੰ ਹੋਟੇ ਦੇ ਰਹੀ ਸਾਂ ਅਤੇ ਉਹ ਉੱਚੀ ਉੱਚੀ ਹੱਸ ਰਹੀ ਸੀ, ਜਦ ਕਿ ਮੈਂ ਸ਼ੈਤਾਨਾਂ ਦੀ ਮਜਲਿਸ ਬਾਰੇ ਸੋਚ ਰਹੀ ਸਾਂ। ਇਸ ਨੇ ਇਸਲਾਮ ਨੂੰ ਬੇਹੱਦ ਬੌਣੇ ਲੋਕਾਂ ਦੀ ਹਥੇਲੀ ਵਿੱਚ ਸਮਾ ਜਾਣ ਦੇ ਕਾਬਲ ਕਰ ਦਿੱਤਾ ਸੀ। ਉਹ ਇਸ ਦੇ ਨਾਲ ਖਿਡੌਣੇ ਵਾਂਗ ਖੇਡਦੇ। ਵਿਚੋਲਿਆਂ ਅਤੇ ਦੀਨ ਦੇ ਵਪਾਰੀਆਂ ਨੇ ਮੁਸਲਮਾਨਾਂ ਨੂੰ ਕਬਰ ਪ੍ਰਸਤਾਂ ਵਿੱਚ ਤਬਦੀਲ ਕਰ ਦਿੱਤਾ। ਉਹ ਸਾਨੂੰ ਵਾਪਸ ਜਹਾਲੀਆ ਦੇ ਦੌਰ ਵਿੱਚ ਲੈ ਗਏ, ਉਹ ਹਾਲਾਤ ਵਿੱਚ ਲੈ ਗਏ ਜਿਨ੍ਹਾਂ ਤੋਂ ਪੈਗੰਬਰ ਨੇ ਸਾਨੂੰ ਆਜ਼ਾਦ ਕਰਵਾਇਆ ਸੀ। ਉਹਨਾਂ ਸਾਰਿਆਂ ਕਾਰਨਾਂ ਨੂੰ ਜਿੰਦਾ ਕਰ ਦਿੱਤਾ ਜਿਨ੍ਹਾਂ ਨੇ ਇਸਲਾਮ ਦੀ ਮੰਗ ਕੀਤੀ ਸੀ। ਗੁੱਪੀ ਦੇ ਹੱਥਾਂ ਨੂੰ ਫੜੀ ਕਿੱਕਲੀ ਪਾਉਂਦੀ ਹੋਈ ਮੈਂ ਸੋਚ ਰਹੀ ਸਾਂ ਕਿ ਕਾਨੂੰਨ ਦੇ ਰਖਵਾਲੇ ਖੁਦ ਕਾਨੂੰਨ ਦੇ ਉੱਪਰ ਕਿਵੇਂ ਹੋ ਸਕਦੇ ਹਨ। ਉਹਨਾਂ ਨੇ ਸਾਡੇ ਵਿੱਚੋਂ ਸਾਰਿਆਂ ਨੂੰ ਲਾਟੂ ਵਾਂਗ ਨਚਾਇਆ ਹੈ। ਬਜ਼ੁਰਗਾਂ ਦੀਆਂ ਲਾਸ਼ਾਂ ਨਾਲ ਉਹਨਾਂ ਦੇ ਵਾਰਸ ਖੂਨ ਚੂਸਣ ਵਾਲੀਆਂ ਜੋਕਾਂ ਦੀ ਤਰ੍ਹਾਂ ਚੰਬੜੇ ਸਨ। ਉਹਨਾਂ ਦਾ ਦੂਸਰਾ ਹੱਥ ਤਸਵੀਰ ਤੇ ਲਟਕਿਆ ਹੋਇਆ ਸੀ ਜੋ ਨਾਪਾਕ ਤਜਾਰਤ ਨਾਲ ਲਹੂ ਲੁਹਾਨ ਹੋ ਰਹੀ ਸੀ। ਮੇਰੇ ਰੋਜ਼ਾਨਾ ਦੇ ਕੰਮ ਕਦੀ ਨਹੀਂ ਬਦਲੇ। 30 ਦੀ ਹੁੰਦੀ ਹੁੰਦੀ ਮੈਂ 5 ਬੱਚਿਆਂ ਦੀ ਮਾਂ ਬਣ ਚੁੱਕੀ ਸਾਂ। ਗੁੱਪੀ ਦੀ ਉਮਰ 11 ਸਾਲ ਸੀ ਅਤੇ ਛੋਟੀ ਸਾਈਂ ਦੀ 10 ਸਾਲ। ਉਸ ਦੇ ਬਾਅਦ ਮੇਰੇ ਇੱਕ ਹੋਰ ਬੇਟਾ ਹੋਇਆ ਰਾਜਾ ਜੀ ਅਤੇ 2 ਬੇਟੀਆਂ ਦੀਆ ਅਤੇ ਮੁੰਨੀ। 2 ਬੇਟਿਆਂ ਦੀ ਮਾਂ ਦੇ ਹੋ ਜਾਣ ਦੇ ਬਾਵਜੂਦ ਮੇਰੀ ਹੈਸੀਅਤ ਵਿੱਚ ਕੋਈ ਫਰਕ ਨਹੀਂ ਪਿਆ, ਲੇਕਿਨ ਗੁੱਪੀ ਦੀ ਮਾਂ ਹੋਣ ਦਾ ਅਹਿਸਾਸ ਮੈਨੂੰ ਉੱਪਰ ਉਠਾਉਂਦਾ ਸੀ। ਉਹ ਮੇਰੀ ਰੂਹ ਦੀ ਸਾਥਣ ਸੀ, ਮੇਰੀ ਰੂਹ ਦੀ ਤਾਕਤ। ਮੇਰੇ ਵਾਂਗ ਹੀ ਉਸ ਦੀ ਜਗਿਆਸਾ ਕਰਕੇ ਹਰ ਚੀਜ਼ ਤੇ ਉਸ ਦੀਆਂ ਅੱਖਾਂ ਚਮਕਣ ਲੱਗਦੀਆਂ। ਬਟਨ ਦੱਬਣ ਨਾਲ ਬੱਲਬ ਕਿਵੇਂ ਰੋਸ਼ਨ ਹੋ ਜਾਂਦਾ ਹੈ ਅੰਮਾ, ਉਹ ਪੁੱਛਦੀ ਅਤੇ ਦੂਰ ਲੱਗੇ ਬਟਨ ਤੋਂ ਬੱਲਬ ਤੱਕ ਉਸ ਦੀਆਂ ਦੌੜਦੀਆਂ ਅੱਖਾਂ ਵਿੱਚ ਸੈਂਕੜੇ ਸਵਾਲ ਤੈਰਦੇ ਰਹਿੰਦੇ। ਜਾਂਦੇ ਜਾਂ ਆਉਂਦੇ ਵਕਤ ਪੀਰ ਸਾਈਂ ਜਦ ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਲੜਕੀ ਨੂੰ ਵੇਖਦਾ, ਉਹ ਇੱਕ ਇੱਕ ਕਰਕੇ ਉਹਨਾਂ ਦੀਆਂ ਗੱਲਾਂ ਤੇ ਚੁੰਡੀਆਂ ਵੜਦਾ ਤਾਂ ਉਹ ਪੀਰ ਨਾਲ ਇਕੱਠੀਆਂ ਹੋ ਜਾਂਦੀਆਂ, ਸਿਵਾਏ ਗੁੱਪੀ ਦੇ। ਉਹ ਦਰਦ ਨੂੰ ਪੀ ਜਾਂਦੀ, ਜ਼ਾਹਰ ਨਹੀਂ ਹੋਣ ਦਿੰਦੀ। ਪਰ ਇਸ ਅਧੀਨਗੀ ਬਾਰੇ ਉਸ ਦਾ ਸੁਭਾਅ ਵੱਖਰਾ ਸੀ। ਤਾਲੀਮ ਦੇ ਨਾਂ 'ਤੇ ਗੁੱਪੀ ਨੂੰ ਸਿਰਫ ਅਰਬੀ ਵਿੱਚ ਕੁਰਾਨ ਪੜ੍ਹਨ ਦੀ ਇਜਾਜ਼ਤ ਸੀ। ਉਸ ਨੇ ਮੇਰੇ ਕੋਲੋਂ ਪੁੱਛਿਆ ਕਿ ਉਰਦੂ ਤਰਜਮਾ ਪੜ੍ਹਨ ਲਈ ਮੈਂ ਆਪਣੇ ਕੱਪੜੇ ਬਦਲਣ ਦੇ ਕਮਰੇ ਵਿੱਚ ਕਿਉਂ ਲੁਕ ਜਾਂਦੀ ਹਾਂ। ਮੇਰੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਮੇਰੇ ਪੋਰ ਖੋਲ੍ਹੇ ਬਗੈਰ ਉਸਨੇ ਹਿੰਮਤ ਕੀਤੀ ਅਤੇ ਅੰਮਾ ਸਾਈ ਨੂੰ ਸਵਾਲ ਕੀਤਾ ਕਿ ਕੁਰਾਨ ਨੂੰ ਐਸੀ ਜ਼ੁਬਾਨ ਵਿੱਚ ਪੜ੍ਹਨ ਦਾ ਕੀ ਫਾਇਦਾ ਜਿਸ ਨੂੰ ਅਸੀਂ ਸਮਝ ਨਹੀਂ ਸਕਦੇ। ਇਹ ਗੈਰ ਜ਼ਰੂਰੀ ਹੈ। ਸਿਰਫ ਅਸਲੀ ਲਫ਼ਜ਼ਾਂ ਵਿੱਚ ਹੀ ਖੁਦਾ ਦੀ ਤਾਕਤ ਹੈ। ਤੈਨੂੰ ਸਿਰਫ ਉਹਨਾਂ ਤੋਂ ਹੀ ਸਵਾਬ ਮਿਲੇਗਾ, ਦਾਦੀ ਨੇ ਕਿਹਾ। ਗੁੱਪੀ ਉਹਨਾਂ ਨਾਲ ਬਹਿਸ ਕਰਨ ਲੱਗੀ, ਲੇਕਿਨ ਮੈਨੂੰ ਅਰਬੀ ਸਮਝ ਨਹੀਂ ਆਉਂਦੀ। ਮੈਂ ਕਿਵੇਂ ਮੰਨ ਲਵਾਂ ਕਿ ਅੱਲਾ ਮੇਰੀ ਗੱਲ ਸਮਝ ਰਿਹਾ ਹੈ ਜਦ ਉਹ ਗੱਲ ਮੈਨੂੰ ਹੀ ਸਮਝ ਨਹੀਂ ਆਉਂਦੀ। ਮੈਂ ਅੱਲਾ ਨਾਲ ਕੀ ਵਾਅਦਾ ਕਰਾਂ? ਮੈਂ ਕੋਈ ਵਾਅਦਾ ਕਿਵੇਂ ਕਰ ਸਕਦੀ ਹਾਂ ਜਦ ਮੈਨੂੰ ਪਤਾ ਹੀ ਨਹੀਂ ਉਸ 'ਤੇ ਕਾਇਮ ਕਿਵੇਂ ਰਿਹਾ ਜਾਵੇ। ਅੱਲਾ ਜਾਣਦਾ ਹੈ ਕਿ ਜੋ ਮੈਂ ਪੜ੍ਹਦੀ ਹਾਂ ਉਹ ਮੈਨੂੰ ਸਮਝ ਨਹੀਂ ਆਉਂਦਾ। ਸ਼ੁਰੂ ਵਿੱਚ ਤਾਂ ਅੰਮਾ ਸਾਈ ਨੇ ਸਬਰ ਨਾਲ ਸਮਝਾਇਆ, ਅੱਲਾ ਤੇਰੇ ਇਰਾਦੇ ਤੋਂ ਵਾਕਿਫ ਹੈ। ਜਦ ਤੂੰ ਉਸਦੇ ਲਫ਼ਜ਼ ਪੜ੍ਹਦੀ ਏ ਤਾਂ ਉਹ ਉਹਨਾਂ ਨੂੰ ਕਬੂਲ ਕਰਦਾ ਹੈ।
ਲੇਕਿਨ ਗੁੱਪੀ ਨੂੰ ਯਕੀਨ ਨਹੀਂ ਸੀ ਆ ਰਿਹਾ ਅਤੇ ਉਹ ਲਗਾਤਾਰ ਉਸੇ ਤਰ੍ਹਾਂ ਦੀ ਬਹਿਸ ਕਰਦੀ ਰਹੀ ਜਿਵੇਂ ਕਿ ਮੈਂ ਅੱਬਾ ਨਾਲ ਕਰਦੀ ਸਾਂ। ਕੁਰਾਨ ਪਾਕ ਨੂੰ ਅੱਲਾ ਨੇ ਕੀ ਇਸ ਲਈ ਉਤਾਰਿਆ ਸੀ ਕਿ ਉਸ ਨੂੰ ਪੜ੍ਹਨ ਨਾਲ ਸਾਨੂੰ ਸਵਾਬ ਮਿਲੇ? ਕਿ ਉਹ ਸਾਨੂੰ ਹਿਦਾਇਤ ਨਹੀਂ ਦੇਣਾ ਚਾਹੁੰਦੇ ਸੀ? ਕਿ ਉਸ ਦਾ ਮਕਸਦ ਸਾਨੂੰ ਰਾਹ ਵਿਖਾਉਣ ਦਾ ਨਹੀਂ ਸੀ? ਇਹ ਦੱਸਣਾ ਨਹੀਂ ਸੀ ਕਿ ਸਾਨੂੰ ਕੀ ਬਣਨਾ ਚਾਹੀਦਾ ਹੈ? ਹੁਣ ਤੱਕ ਅੰਮਾ ਸਾਈਂ ਗੁੱਸੇ ਹੋ ਚੁੱਕੀ ਸੀ। ਉਹਨਾਂ ਨੂੰ ਬਹਿਸ ਮੁਬਾਹਿਸਾ ਕਰਨ ਦੀ ਆਦਤ ਨਹੀਂ ਸੀ। ਉਹ ਅੱਗ ਬਬੂਲਾ ਹੋ ਗਈ। ਉਹਨਾਂ ਨੇ ਸਖਤੀ ਨਾਲ ਕਿਹਾ ਕਿ ਉਹ ਚਾਹੇ ਜੋ ਵੀ ਸੋਚਦੀ ਹੋਵੇ, ਉਸ ਨੂੰ ਉਹਨਾਂ ਦੇ ਹੁਕਮਾਂ ਦਾ ਅਮਲ ਕਰਨਾ ਹੀ ਹੋਵੇਗਾ। ਪਰ ਮੇਰੀ ਬੇਟੀ ਉਸ ਹੁਕਮ ਨੂੰ ਮੰਨਣ ਲਈ ਤਿਆਰ ਨਹੀਂ ਸੀ ਜਿਸ ਨੂੰ ਉਹ ਸਮਝਦੀ ਨਾ ਹੋਵੇ। ਮੇਰਾ ਖਿਆਲ ਹੈ ਅੱਲਾ ਸੰਜੀਦਗੀ ਦੀ ਉਮੀਦ ਰੱਖਦਾ ਹੈ। ਜਦ ਤੱਕ ਉਸਦੇ ਲਫ਼ਜ਼ ਮੇਰੀ ਸਮਝ ਵਿੱਚ ਨਹੀਂ ਆਉਂਦੇ, ਇਹ ਗੱਲ ਸ਼ਾਇਦ ਉਸਦੇ ਲਈ ਕੋਈ ਮਾਇਨੇ ਨਹੀਂ ਰੱਖਦੀ ਹੋਵੇਗੀ ਕਿ ਮੈਂ ਕੁਰਾਨ ਪੜ੍ਹਦੀ ਹਾਂ। ਅੰਮਾ ਸਾਈ ਨੇ ਉਸ ਨੂੰ ਚੇਤਾਵਨੀ ਦਿੰਦੇ ਕਿਹਾ, ਸ਼ਰਮ ਦੀ ਗੱਲ ਹੈ ਕਿ ਤੂੰ ਕੁਝ ਸੁਣਦੀ ਨਹੀਂ। ਇਸ ਦੇ ਬਾਰੇ ਮੈਨੂੰ ਤੇਰੇ ਬਾਪ ਨੂੰ ਦੱਸਣਾ ਪਵੇਗਾ। ਅਤੇ ਉਸ ਧਮਕੀ ਨੇ ਗੁੱਪੀ ਨੂੰ ਚੁੱਪ ਕਰਵਾ ਦਿੱਤਾ। ਉਸਨੇ ਸਿਰਫ ਅਰਬੀ ਵਿੱਚ ਕੁਰਾਨ ਪੜ੍ਹਨ ਦਾ ਵਾਅਦਾ ਕੀਤਾ। ਉਸਨੇ ਸਹੁੰ ਖਾਧੀ ਕਿ ਉਹ ਸੱਚੇ ਦਿਲੋਂ ਅੰਮਾ ਸਾਈ ਦੀ ਗੱਲ ਮੰਨਦੀ ਹੈ। ਉਸਨੇ ਮਿੰਨਤ ਤਰਲਾ ਕੀਤਾ ਅਤੇ ਇਸ ਵਾਰ ਉਸਦੇ ਬਾਪ ਕੋਲ ਸ਼ਿਕਾਇਤ ਨਹੀਂ ਕੀਤੀ ਜਾਵੇ। ਉਸਨੇ ਕੁਰਾਨ ਨੂੰ ਸਿਰ ਤੇ ਰੱਖ ਕੇ ਵਾਅਦਾ ਕੀਤਾ ਕਿ ਇਸ ਕਾਨੂੰਨ ਦੇ ਬਾਰੇ ਉਹ ਫਿਰ ਕੋਈ ਸਵਾਲ ਨਹੀਂ ਕਰੇਗੀ। ਮੈਂ ਗੁੱਪੀ ਨੂੰ ਕਹਿਣਾ ਚਾਹੁੰਦੀ ਸੀ ਕਿ ਕੁਰਾਨ ਪਾਕ ਨੂੰ ਜੇ ਆਮ ਲੋਕ ਸਮਝ ਜਾਣ ਤਾਂ ਇਹਨਾਂ ਲੋਕਾਂ ਦੇ ਖਿਲਾਫ ਬਗਾਵਤ ਹੋ ਜਾਵੇਗੀ। ਇਸ ਵਿੱਚ ਜੋ ਲਿਖਿਆ ਹੈ ਉਹ ਖਤਰਨਾਕ ਹੈ। ਇਹ ਉਹਨਾਂ ਨੂੰ ਬੇਨਕਾਬ ਕਰਦੀ ਹੈ ਜੋ ਇਸ ਦਾ ਨਾਜਾਇਜ਼ ਇਸਤੇਮਾਲ ਕਰਦੇ ਹਨ। ਤਰਜਮੇ ਨਾਲ ਇਨਕਲਾਬ ਹੋ ਸਕਦਾ ਹੈ, ਲੇਕਿਨ ਇਹਨਾਂ ਮਾਮਲਿਆਂ ਦੇ ਵਿੱਚ ਪੈਣਾ ਗੁੱਪੀ ਦੇ ਲਈ ਠੀਕ ਨਹੀਂ ਸੀ। ਮੈਂ ਉਸ ਨੂੰ ਕੁਝ ਨਹੀਂ ਦੱਸਿਆ। ਗੁੱਪੀ ਔਰਤਾਂ ਦੇ ਪੇਚੀਦਾ ਅਤੇ ਉਲਝੇ ਜਾਲ ਵਿੱਚ ਰਚ ਬਸ ਗਈ ਸੀ ਜਿਸ ਵਿੱਚ ਉਹ ਪੈਦਾ ਹੋਈ ਸੀ। ਇਹ ਉਸ ਲਈ ਕੁਦਰਤੀ ਸੀ। ਗੁੱਪੀ ਉਹ ਸਭ ਕੁਝ ਨਹੀਂ ਜਾਣਦੀ ਸੀ ਜੋ ਮੈਂ ਜਾਣਦੀ ਸਾਂ। ਆਪਣੇ ਆਲੇ ਦੁਆਲੇ ਦੀਆਂ ਐਬੀ ਔਰਤਾਂ ਦੇ ਨਾਲ ਤਾਲਮੇਲ ਕਰਨ ਦੇ ਲਈ ਮੈਂ ਹਰ ਤਰ੍ਹਾਂ ਦੀ ਲੜਾਈ ਲੜੀ ਸੀ, ਜਦੋਜਹਿਦ ਕੀਤੀ ਸੀ। ਵਕਤ ਗੁਜ਼ਰਨ ਦੇ ਨਾਲ ਮੇਰੇ ਪਿੱਛੇ ਬਹੁਤ ਸਾਰੇ ਵਾਕਿਆਤ ਸਨ ਅਤੇ ਗੁੱਪੀ ਦੀ ਤਰ੍ਹਾਂ ਮੈਂ ਵੀ ਸਾਬਤ ਕਰ ਦਿੱਤਾ ਸੀ ਕਿ ਮੈਂ ਉਹਨਾਂ ਦੀ ਦੁਸ਼ਮਣ ਨਹੀਂ। ਦਰਅਸਲ ਉਹਨਾਂ ਦੀ ਨਾਰਾਜ਼ਗੀ ਨੂੰ ਲੈ ਕੇ ਮੈਂ ਉਨੀ ਹੀ ਦੁਖੀ ਸੀ ਜਿੰਨੀ ਕਿ ਆਪਣੇ ਤੋਂ। ਨਾ ਸਿਰਫ ਸਟੋਰ ਤੋਂ, ਮੈਂ ਉਹਨਾਂ ਨੂੰ ਕੁਝ ਫਾਲਤੂ ਸਮਾਨ ਵੀ ਦੇ ਦਿੰਦੀ। ਉਹਨਾਂ ਦੀ ਗੈਰ ਹਾਜ਼ਰੀ ਨੂੰ ਲੁਕਾਉਣ ਲਈ ਦੂਜਿਆਂ ਨੂੰ ਕੰਮ ਤੇ ਲਾ ਦਿੰਦੀ। ਇਹ ਸਭ ਇੰਨਾ ਆਮ ਹੋ ਗਿਆ ਕਿ ਮੇਰੇ ਸਾਹਮਣੇ ਉਹ ਸੁਰੱਖਿਅਤ ਮਹਿਸੂਸ ਕਰਦੀ। ਚੀਲ ਦੀ ਨਜ਼ਰ ਮੇਰੇ ਤੇ ਹੁਣ ਵੀ ਸੀ। ਭਾਵੇਂ ਮੈਂ ਉਸਦਾ ਚਿਹਰਾ ਕਦੀ ਨਹੀਂ ਸੀ ਵੇਖਿਆ, ਉਹ ਹਮੇਸ਼ਾ ਇੱਕ ਚਾਦਰ ਨਾਲ ਆਪਣਾ ਚਿਹਰਾ ਢੱਕੀ ਰੱਖਦੀ ਜੋ ਮਖੌਟੇ ਦਾ ਕੰਮ ਕਰਦੀ ਸੀ। ਕਈ ਵਾਰ ਜਿਸ ਢੰਗ ਨਾਲ ਉਸ ਦੀਆਂ ਅੱਖਾਂ ਮੇਰਾ ਪਿੱਛਾ ਕਰਦੀਆਂ, ਉਸ ਤੋਂ ਮੈਨੂੰ ਲੱਗਦਾ ਕਿ ਉਹ ਮੇਰੇ ਕੋਲੋਂ ਮਾਫੀ ਮੰਗਣਾ ਚਾਹੁੰਦੀ ਹੈ। ਕਿਸੇ ਚੀਜ਼ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਉਹ ਮੈਨੂੰ ਉਸ ਆਦਮੀ ਨਾਲੋਂ ਜ਼ਿਆਦਾ ਪਸੰਦ ਕਰਦੀ ਹੈ ਜਿਸ ਦੇ ਲਈ ਉਸਨੇ ਆਪਣੇ ਖਾਨਦਾਨ ਦੀ ਸਹੁੰ ਤੋੜੀ ਹੈ। ਇਸ ਦੇ ਬਾਵਜੂਦ ਸਾਡੇ ਦੋਵਾਂ ਵਿੱਚੋਂ ਕਿਸੇ ਨੇ ਕਿਸੇ ਨੂੰ ਬਚਾਉਣ ਲਈ ਪੀਰ ਸਾਈਂ ਕੋਲ ਝੂਠ ਨਹੀਂ ਬੋਲਿਆ। ਉਸ ਦਾ ਡਰ ਹਾਵੀ ਸੀ। ਮੈਂ ਆਪਣੇ ਤੇ ਕਮਜ਼ੋਰ ਲੋਕਾਂ ਦੇ ਕਾਫਲੇ ਦੀ ਮਹਿਜ ਇੱਕ ਕਮਜ਼ੋਰ ਰਹਿਨੁਮਾ ਬਣ ਗਈ। ਦਰਅਸਲ ਮੇਰੇ ਵਾਂਗ ਇਹਨਾਂ ਔਰਤਾਂ ਨੂੰ ਵੀ ਕੋਈ ਆਜ਼ਾਦੀ ਨਹੀਂ ਸੀ, ਹਾਲਾਂਕਿ ਉਹ ਘਰ ਜਾ ਸਕਦੀਆਂ ਸਨ। ਉਹਨਾਂ ਦੀ ਗਰੀਬੀ ਉਹਨਾਂ ਨੂੰ ਦਰਗਾਹ ਵਿੱਚ ਇਸ ਤਰ੍ਹਾਂ ਕੈਦ ਰੱਖਦੀ ਕਿ ਜੇ ਕੋਈ ਭੱਜਣ ਦੀ ਹਿੰਮਤ ਕਰਦੀ ਤਾਂ ਉਸਦੇ ਰਿਸ਼ਤੇਦਾਰ ਘਰ ਵਾਲੇ ਮਾਲਕ ਦੇ ਜ਼ਬਰਦਸਤ ਜਾਲ ਵਿੱਚ ਫਸ ਜਾਂਦੇ। ਇੱਥੋਂ ਛੱਡ ਕੇ ਜਾਣ ਦਾ ਮਤਲਬ ਸੀ ਬਹੁਤਿਆਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਵਿੱਚ ਪਾਉਣਾ। ਜਦ ਤੱਕ ਇਕੱਲਾ ਭੱਜਣ ਵਾਲਾ ਮੁੜ ਨਹੀਂ ਆਉਂਦਾ, ਪੂਰੇ ਦੇ ਪੂਰੇ ਕੁਨਬੇ ਬੰਦੀ ਬਣੇ ਰਹਿੰਦੇ ਆ। ਇਸ ਲਈ ਉਹਨਾਂ ਨੇ ਆਜ਼ਾਦੀ ਦੇ ਬਾਰੇ ਵਿੱਚ ਸੋਚਣਾ ਹੀ ਨਹੀਂ ਸਿੱਖਿਆ ਸੀ। ਆਜ਼ਾਦੀ ਦਾ ਮੁੱਲ ਬਹੁਤ ਉੱਚਾ ਸੀ। ਇਹ ਸੋਚਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ। ਉਹ ਵੱਧ ਤੋਂ ਵੱਧ ਇਸ ਬਾਰੇ ਸੋਚਣਾ ਛੱਡ ਸਕਦੇ ਸਨ। ਉਹ ਇਸ ਹੱਦ ਤੱਕ ਗਰੀਬ ਸਨ। ਕਿਸੇ ਨੇ ਉਹਨਾਂ ਨੂੰ ਇਹ ਨਹੀਂ ਸੀ ਦੱਸਿਆ ਕਿ ਉਹਨਾਂ ਦੇ ਬਗੈਰ ਦਰਗਾਹ ਦੀ ਕੋਈ ਤਾਕਤ ਨਹੀਂ। ਉਹਨਾਂ ਨੂੰ ਸਿਰਫ ਡਰਾ ਧਮਕਾ ਕੇ ਗੁਲਾਮ ਬਣਾ ਰੱਖਿਆ ਸੀ। ਉਹਨਾਂ ਦੀ ਬੇਖੁਦੀ ਦੀ ਕੈਫੀਅਤ ਅਚਾਨਕ ਸਖੀ ਬੀਬੀ ਦੀ ਕਹਾਣੀ ਉਹਨਾਂ ਦੇ ਖਿਆਲਾਂ ਵਿੱਚ ਵਸ ਗਈ ਅਤੇ ਹਰੇਕ ਇਸ ਗੱਲ ਵਿੱਚ ਉਲਝ ਗਿਆ ਕਿ ਚੱਕੀ ਮਾਲਕ ਦੇ ਜੀਵਨ ਵਿੱਚ ਕੀ ਹੋ ਰਿਹਾ ਸੀ। ਸਖੀ ਬੀਬੀ ਦੇ ਇਕਲੌਤੇ ਬੱਚੇ ਨੂੰ ਕੋਈ ਛੂਤ ਦੀ ਬਿਮਾਰੀ ਲੱਗ ਗਈ। ਉਸਨੇ ਸਾਰੀ ਤਾਕਤ ਹੀ ਨਿਚੋੜ ਲਈ ਅਤੇ ਕੋਈ ਡਾਕਟਰ ਉਸ ਦੀ ਬਿਮਾਰੀ ਨੂੰ ਫੜ ਨਹੀਂ ਸਕਿਆ। ਲੋਕਾਂ ਨੇ ਸਖੀ ਬਾਬਾ ਨੂੰ ਆਗਾਹ ਕੀਤਾ, ਇਹ ਦਰਗਾਹ ਦੀ ਬਦਦੁਆ ਹੈ, ਪੀਰ ਸਾਈਂ ਕੋਲ ਜਾਵੋ। ਲੇਕਿਨ ਉਹ ਆਪਣੇ ਵਿਸ਼ਵਾਸ ਤੇ ਪੱਕਾ ਰਿਹਾ। ਇਹ ਕਹਿੰਦੇ ਹੋਏ ਜਾਣ ਤੋਂ ਇਨਕਾਰ ਕਰ ਦਿੱਤਾ, ਮੈਨੂੰ ਸਿਰਫ ਅੱਲਾ ਤੇ ਯਕੀਨ ਹੈ। ਹੁਣ ਬੱਚਾ ਮਰਨ ਕੰਢੇ ਸੀ ਅਤੇ ਮਾਂ ਦਾ ਸਬਰ ਟੁੱਟ ਚੁੱਕਾ ਸੀ।
ਉਸ ਨੂੰ ਉਹ ਮੋਢਿਆਂ ਨਾਲ ਲਾਈ। ਉਹ ਨੰਗੇ ਸਿਰ ਤੋਂ ਨੰਗੇ ਪੈਰੀਂ ਦਰਗਾਹ ਵੱਲ ਭੱਜੀ। ਸਾਹ ਸਾਥੀਹੀਨ ਪੀਰ ਦੇ ਦਰਬਾਰ ਵਿੱਚ ਪਹੁੰਚੀ ਅਤੇ ਉਹ ਚੀਖ ਉੱਠੀ, ਮੈਂ ਤੇਰੇ ਕੋਲੋਂ ਭੀਖ ਮੰਗਦੀ ਹਾਂ ਸਾਈਂ, ਮੇਰੇ ਬੱਚੇ ਨੂੰ ਬਚਾ ਲਵੋ। ਜੇ ਇਹ ਬਚ ਜਾਂਦਾ ਹੈ ਤਾਂ ਤੇਰੇ ਵਿੱਚ ਹਰ ਕਿਸੇ ਦਾ ਯਕੀਨ ਵੱਧ ਜਾਵੇਗਾ। ਮੈਂ ਕਸਮ ਖਾਂਦੀ ਹਾਂ ਕਿ ਮੈਂ ਤੇਰੀ ਪੱਕੀ ਮੁਰੀਦ ਬਣ ਜਾਵਾਂਗੀ। ਮੈਂ ਤੇਰਾ ਨਾਂ ਸਾਰੇ ਜਹਾਨ ਵਿੱਚ ਫੈਲਾਵਾਂਗੀ। ਮੇਰਾ ਬੇਟਾ ਅਤੇ ਉਸਦੇ ਬੇਟੇ ਤੇਰੀ ਰਹਿਮਦਿਲੀ ਨੂੰ ਕਦੀ ਨਹੀਂ ਭੁੱਲਣਗੇ ਸਾਈਂ। ਪੀਰ ਸਾਈਂ ਨੇ ਆਪਣਾ ਹੱਥ ਬੱਚੇ ਦੇ ਸਿਰ ਤੇ ਰੱਖਿਆ ਅਤੇ ਅੱਖਾਂ ਬੰਦ ਕਰਕੇ ਥੋੜੀ ਦੇਰ ਬਾਅਦ ਕੁਝ ਬੁਦਬੁਦਾਇਆ। ਜਵਾਬ ਵਿੱਚ ਸਖੀ ਬੀਬੀ ਉਸਦਾ ਚਿਹਰਾ ਵੇਖ ਰਹੀ ਸੀ। ਜਦ ਉਸਨੇ ਅੱਖਾਂ ਖੋਲੀਆਂ ਉਹ ਉੱਫਲ ਪਈ। ਤੂੰ ਤਾਂ ਬਹੁਤ ਦੇਰ ਨਾਲ ਆਈ ਏ, ਐਲਾਨ ਕਰਦੇ ਹੋਏ ਉਸਨੇ ਕਿਹਾ। ਅੱਲਾ ਦੀ ਇਹੋ ਮਰਜ਼ੀ ਹੈ। ਸਖੀ ਬੀਬੀ ਨੇ ਉਸ ਤੋਂ ਭੀਖ ਮੰਗੀ ਕਿ ਉਹ ਅੱਲਾ ਕੋਲ ਦੁਆ ਕਰੇ। ਇਸ ਤਰ੍ਹਾਂ ਦੀ ਕੋਈ ਇਬਾਦਤ ਤੁਸੀਂ ਜ਼ਰੂਰ ਜਾਣਦੇ ਹੋਵੋਗੇ। ਜੇ ਤੁਸੀਂ ਦਿਲੋਂ ਦੁਆ ਕਰੋਗੇ ਤਾਂ ਅੱਲਾ ਤੁਹਾਡੀ ਗੱਲ ਸੁਣੇਗਾ। ਸਾਈਂ, ਮੈਂ ਇਸ ਦੀ ਜਾਨ ਦੀ ਖੈਰਾਤ ਮੰਗਦੀ ਹਾਂ। ਮੇਰੇ ਬੱਚੇ ਲਈ ਕੁਝ ਕਰੋ। ਸਾਨੂੰ ਮਾਫ ਕਰੋ ਕਿ ਇਸ ਤੋਂ ਪਹਿਲਾਂ ਅਸਾਂ ਤੁਹਾਡੀ ਰੂਹਾਨੀ ਤਾਕਤ ਤੇ ਯਕੀਨ ਨਹੀਂ ਕੀਤਾ। ਵਾਅਦਾ ਕਰਦੀ ਹਾਂ ਕਿ ਮੈਂ ਆਪਣੀ ਇਸ ਜਿੱਦ ਅਤੇ ਨਾਸਮਝੀ ਦੀ ਸਜ਼ਾ ਭੁਗਤਣ ਲਈ ਤਿਆਰ ਹਾਂ। ਪੀਰ ਸਾਈਂ ਨੇ ਬੱਚੇ ਦੇ ਤਪਦੇ ਹੋਏ ਮੱਥੇ ਨੂੰ ਆਪਣੇ ਹੱਥ ਨਾਲ ਛੋਹਿਆ ਅਤੇ ਫਿਰ ਕੋਸ਼ਿਸ਼ ਕੀਤੀ। ਜਦ ਉਸਨੇ ਆਪਣਾ ਹੱਥ ਹਟਾਇਆ ਅਤੇ ਕਿਹਾ, ਇਸ ਨੂੰ ਘਰ ਲੈ ਜਾਵੋ, ਇਸ ਦੇ ਜਾਣ ਦਾ ਵਕਤ ਆ ਗਿਆ ਹੈ, ਤਾਂ ਉਹ ਲੁੱਟੀ ਪੁੱਟੀ ਮਾਂ ਚੀਖਦੀ ਕਲਪਦੀ ਜ਼ਾਰ-ਜ਼ਾਰ ਰੋਂਦੀ ਹੋਈ ਇੰਤਜ਼ਾਰ ਕਰਦੇ ਲੋਕਾਂ ਦੇ ਝੁੰਡ ਵਿੱਚੋਂ ਭੱਜੀ। ਅੱਲਾ, ਮੈਨੂੰ ਇੱਥੇ ਆਉਣ ਲਈ ਮੁਆਫ ਕਰਨਾ। ਯਾ ਅੱਲਾ, ਮੇਰੇ ਬੱਚੇ ਨੂੰ ਬਚਾ ਲੈ। ਉਹ ਪਰਵਰਦਿਗਾਰ, ਇਹਨਾਂ ਲੋਕਾਂ ਨੂੰ ਇਹ ਵਿਖਾਉਣ ਦੇ ਲਈ ਉਸ ਨੂੰ ਬਚਾ ਲੈ ਕਿ ਤੇਰੀ ਰਜ਼ਾ ਨੂੰ ਕੋਈ ਇਨਸਾਨ ਤੈਅ ਨਹੀਂ ਕਰ ਸਕਦਾ। ਖੁਦਾ ਦੇ ਕਹਿਰ ਤੋਂ ਬਚਣ ਦੇ ਲੋਕਾਂ ਨੇ ਆਪਣੇ ਕੰਨਾਂ ਨੂੰ ਛੋਹਿਆ, ਤੌਬਾ ਕੀਤੀ ਅਤੇ ਕਿਹਾ, ਦਰਗਾਹ ਦੀ ਬਦਦੁਆ ਕੀ ਇਸ ਦੇ ਘਰ ਤੇ ਹੁਣ ਨਹੀਂ ਪਈ ਕਿ ਹੁਣ ਵੀ ਉਸਨੇ ਸਬਕ ਨਹੀਂ ਲਿਆ? ਇਹ ਔਰਤ ਪਾਗਲ ਹੈ। ਮਰਾਸਲਾਂ ਨੇ ਦਾਈ ਨੂੰ ਇਤਲਾਹ ਦਿੱਤੀ ਕਿ ਦਰਗਾਹ ਜਾਣ ਦੇ ਲਈ ਸਖੀ ਬਾਬਾ ਨੇ ਆਪਣੀ ਬੀਵੀ ਨੂੰ ਬਹੁਤ ਸਖਤੀ ਨਾਲ ਡਾਂਟਿਆ ਤੇ ਕਿਹਾ, ਕਬਰਾਂ ਜ਼ਿੰਦਗੀ ਨਹੀਂ ਬਖਸ਼ ਸਕਦੀਆਂ। ਮਜਲੂਮਾਂ ਦਾ ਲਹੂ ਚੂਸਣ ਅਤੇ ਉਹਨਾਂ ਤੇ ਜ਼ੁਲਮ ਕਰਨ ਵਾਲਾ ਕੋਈ ਵੀ ਇਨਸਾਨ ਖੁਦਾ ਤੱਕ ਨਹੀਂ ਪਹੁੰਚ ਸਕਦਾ। ਬੱਚਾ ਜਦ ਬੇਹੋਸ਼ ਹੋ ਗਿਆ, ਸਖੀ ਬੀਬੀ ਕੁਰਾਨ ਪੜ੍ਹਨ ਲਈ ਚਟਾਈ ਤੇ ਸਜਦੇ ਵਿੱਚ ਡਿੱਗ ਪਈ ਅਤੇ 4 ਦਿਨ ਤੱਕ ਆਪਣਾ ਸਿਰ ਨਹੀਂ ਚੁੱਕਿਆ, ਜਦ ਤੱਕ ਬੱਚਾ ਹਿੱਲਣ ਨਹੀਂ ਲੱਗਾ। 5ਵੇਂ ਦਿਨ ਉਸਨੇ ਅੱਖਾਂ ਖੋਲ੍ਹ ਦਿੱਤੀਆਂ। ਸ਼ਮਿਆਨੇ ਖੜੇ ਕਰ ਦਿੱਤੇ ਗਏ। ਉਹਨਾਂ ਦੇ ਹੇਠਾਂ ਗਰੀਬਾਂ ਨੂੰ ਮੁਫਤ ਖਾਣਾ ਵੰਡਿਆ ਗਿਆ, ਜਿਨ੍ਹਾਂ ਨੇ ਆਪਣੀਆਂ ਚਾਦਰਾਂ ਦੀਆਂ ਗਹਿਰੀਆਂ ਪਰਤਾਂ ਵਿੱਚ ਆਪਣੇ ਬੱਚਿਆਂ ਲਈ ਤੁੰਨ-ਤੁੰਨ ਕੇ ਚੌਲ ਭਰੇ ਅਤੇ ਉਹਨਾਂ ਨੂੰ ਸੀਨੇ ਨਾਲ ਲਾ ਲਿਆ। ਅੱਖਾਂ ਟੱਡੀ ਅਤੇ ਮੂੰਹ ਫੁਲਾਈ ਉਹਨਾਂ ਨੇ ਸਖੀ ਬਾਬਾ ਦੇ ਉਪਦੇਸ਼ਾਂ ਨੂੰ ਸੁਣਿਆ। ਸਰਸਰਾਉਂਦੀਆਂ ਪੱਤੀਆਂ ਖਾਮੋਸ਼ੀ ਵਿੱਚ ਭੱਜਦੇ ਹੋਏ ਰੈਟਲ ਸੱਪਾਂ ਦੀ ਤਰ੍ਹਾਂ ਆਵਾਜ਼ ਕਰ ਰਹੀਆਂ ਸਨ। ਜੋ ਕੁਝ ਲੋਕ ਪੜ੍ਹ ਸਕਦੇ ਸਨ ਉਹਨਾਂ ਦੇ ਵਿੱਚ ਇੱਕ ਪਰਚਾ ਵੰਡਿਆ ਗਿਆ। ਉਹਨਾਂ ਵਿੱਚੋਂ ਇੱਕ ਮੇਰੀ ਰਸੋਈ ਵਿੱਚ ਮੱਛੀ ਲਪੇਟ ਕੇ ਆ ਗਿਆ। ਉਸ ਵਿੱਚ ਲਿਖਿਆ ਸੀ, ਮੇਰੇ ਬੇਟੇ ਦੀ ਜ਼ਿੰਦਗੀ ਮੋੜ ਕੇ ਅੱਲਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦਰਗਾਹ ਵਾਲੇ ਝੂਠ ਤੇ ਪਲਣ ਵਾਲੇ ਫਰੇਬੀ ਹਨ। ਉਹਨਾਂ ਲਈ ਦੁਆ ਮੰਗਣ ਲਈ ਪੀਰਾਂ ਨੂੰ ਪੈਸਿਆਂ ਦੀ ਲੋੜ ਨਹੀਂ ਪੈਂਦੀ। ਦਰਗਾਹ ਦੇ ਹੁਕਮਰਾਨ ਅੱਲਾ ਦੇ ਨਾਂ ਤੋਂ ਤਜ਼ਾਰਤ ਕਰਦੇ ਹਨ। ਤੁਸਾਂ ਇਸ ਨੂੰ ਫਾਇਦੇਮੰਦ ਬਣਾ ਦਿੱਤਾ ਹੈ। ਉਹਨਾਂ ਦੀ ਤਾਕਤ ਦਾ ਸੋਮਾ ਤੁਸੀਂ ਹੋ। ਤੁਸੀਂ ਸ਼ੈਤਾਨ ਨੂੰ ਮਜ਼ਬੂਤ ਕਰਦੇ ਹੋ। ਤੁਸੀਂ ਇਸਲਾਮ ਨੂੰ ਬਦਨਾਮ ਕਰਦੇ ਹੋ। ਆਪਣੇ ਥੋੜ੍ਹੇ ਜਿਹੇ ਮਾਲ ਅਸਬਾਬ ਦੇ ਨਾਲ ਤੁਸੀਂ ਨੰਗੇ ਪੈਰੀ ਅੱਲਾ ਦੀ ਬਜਾਏ ਕਬਰਾਂ ਦੀ ਪੂਜਾ ਨਾ ਕਰੋ। ਖੁਦਾ ਉੱਥੇ ਹੀ ਹੈ ਜਿੱਥੇ ਤੁਸੀਂ ਹੋ। ਜਿਸ ਖੁਦਾ ਦੀ ਪੀਰ ਇਬਾਦਤ ਕਰਦਾ ਹੈ ਉਹ ਹੀ ਹੈ ਜੋ ਉਸ ਨੂੰ ਮਨਜ਼ੂਰ ਹੈ। ਸਾਡਾ ਖੁਦਾ ਨਹੀਂ। ਕਾਗਜ਼ ਨੂੰ ਚੁੱਲ੍ਹੇ ਵਿੱਚ ਝੋਕ ਦਿੱਤਾ। ਹਰ ਕੋਈ ਕਾਨਾਫੁਸੀ ਕਰ ਰਿਹਾ ਸੀ। ਹਰ ਕਿਸੇ ਦੇ ਕੁਨਬੇ ਦੇ ਲੋਕ ਦਾਵਤ ਵਿੱਚ ਸ਼ਰੀਕ ਹੋਏ ਸਨ। ਕੋਈ ਵੀ ਬਾਕੀ ਨਹੀਂ ਰਿਹਾ। ਅੱਲਾ ਦਾ ਸ਼ੁਕਰ ਹੈ ਕਿ ਪੀਰ ਸਾਈਂ ਸਾਰੀ ਆਬਾਦੀ ਤਬਾਹ ਨਹੀਂ ਸੀ ਕਰ ਸਕਦਾ। ਉਹ ਬੇਹੱਦ ਗੁੱਸੇ ਵਿੱਚ ਸੀ। ਮੈਂ ਸੋਚ ਰਹੀ ਸੀ ਕਿ ਉਹ ਕੀ ਕਰੇਗਾ। ਉਸਨੇ ਕੁਝ ਨਹੀਂ ਕੀਤਾ। ਅੱਲਾ ਉਹਨਾਂ ਨੂੰ ਮਾਫ ਕਰੇ ਅਤੇ ਉਹਨਾਂ ਨੂੰ ਬਰਕਤ ਦੇਵੇ, ਕਿਉਂਕਿ ਉਹ ਉਹੀ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ। ਹਰ ਵਾਰ ਮੇਰੀ ਦੁਆ ਹੀ ਨਹੀਂ ਸੁਣੀ ਜਾਂਦੀ। ਨਿਮਰਤਾ ਨਾਲ ਉਹਨਾਂ ਸਭ ਨੂੰ ਇਹੋ ਕਿਹਾ ਜਿਨ੍ਹਾਂ ਨੇ ਇਹ ਮਸਲਾ ਉਠਾਉਣ ਦੀ ਹਿੰਮਤ ਕੀਤੀ ਸੀ। ਉਸ ਤੇ ਇਸ ਰੁਖ ਤੋਂ ਸਖੀ ਬਾਬਾ ਦੇ ਪ੍ਰਚਾਰ ਦਾ ਅਸਰ ਘੱਟ ਹੋ ਗਿਆ। ਦਰਗਾਹ ਦੇ ਖਿਲਾਫ ਬਗਾਵਤ ਇੱਕ ਜੰਗਲੀ ਬੀਜ ਵਾਂਗ ਸੀ ਜੋ ਬੰਜਰ ਜ਼ਮੀਨ ਤੇ ਡਿੱਗਾ, ਫੁੱਟਿਆ, ਜੜ੍ਹਾਂ ਫੜੀਆਂ, ਜੱਦੋ-ਜਹਿਦ ਕੀਤੀ ਅਤੇ ਮਰ ਗਿਆ। ਇਸ ਖਾਨਦਾਨ ਦੇ ਬਾਰੇ ਵਿੱਚ ਤੋਤੀ ਦੀ ਸੋਚ ਨਾਲ ਜੋ ਕੁਝ ਮੇਲ ਖਾਂਦਾ ਉਸ ਵਿੱਚ ਮੈਨੂੰ ਦਿਲਚਸਪੀ ਸੀ। ਮੇਰੀ ਬੜੀ ਖਾਹਿਸ਼ ਸੀ ਸਖੀ ਬੀਬੀ ਨੂੰ ਮਿਲਣ ਦੀ, ਲੇਕਿਨ ਮੈਂ ਜਾਣਦੀ ਸਾਂ ਕਿ ਉਹ ਹਵੇਲੀ ਵਿੱਚ ਹੁਣ ਕਦੀ ਨਹੀਂ ਆਵੇਗੀ। ਧੰਨਵਾਦ।